अब लेहो तुम कथा सुधारी। मुँह के उचरै शास्त्र खट, पिंग गिरन चढ़ जाय। अंध लखै बदरो सुनै, जाओ काल कृपा कराए। एक अद्विती गुरु नानक देवा, ओंकार गुर अंगद अभेवा। सतनाम गुर अमर प्यारे, करता रामदास गुरवारे। पुरख श्री अर्जन सुखदानी, निर्भव हर गोविंद गुण खानी। निर्वैर गुरु है श्री हर राय। अकाल मूरत हर कृष्ण ध्याय। अजूनी तेग बहादुर राय। सैभं श्री दशमेश सहाय। गुर प्रसाद ग्रंथ गुर ज्ञाना, वाहिगुरु बंदन भगवाना। परम सन्मानयोग राजान राज, पानान पान, देवान देव, उपमा महान। चबर छतर तख्त दे मालक, खंडां ब्रह्मंडां दे मालक। लोक परलोक दे रक्षक, पूरी कायनात नूं सांझी वालता दा उपदेश दे के निवाजन वाले, गुरता गद्दी ते सुभाईमान जुगो जुग अटल। धन धन सतगुरु श्री गुरु ग्रंथ साहिब जी महाराज। तिन्हां सतगुरां दी पाक मुकद्दस हजूरी दे अंदर इसे गुरुद्वारा साहिब दे अंदर शहीदां दे सरताज, शांति दे पुंज, बाणी के बोहित, ज्ञान के मुजस्सम, महान परोपकारी सतगुरु धन धन श्री गुरु अर्जन देव सच्चे पातशाह जी महाराज। तिन्हां नूं याद करदियां होया रात्रि दे समागम आरंभ होए ने। तिन्हां समागमां दी रमता विच आप जियां ने गुरमुख प्यारियां पासों सतगुरां दी पवित्र बाणी दा बड़ा ही प्यार दे विच कीर्तन सरवण कीता है। उपरंत सिख कौम दे महान विद्वान देसां प्रदेसां दे विच गुरसिੱਖੀ दा, गुरमत दा, गुरबाणी दा प्रचार प्रसार करन वाले भाई जगदेव सिंह जी जाचक, तिन्हां दे पासों आप जियां ने इन्हां समागमां दी रूप रेखा सरवण कीती है। हुक्म होया आप संगत दा कि सतगुरु सच्चे पातशाह महाराज जी दे जीवन बारे, उन्हां दी शहादत बारे कुछ जाणिया जावे, कुछ सुनिया जावे। क्योंकि महाराज जी दे बचन हन, बाबाणियां कहानियां पुत सपुत करेन। अपने बाबियां दियां कहानियां सतगुरां दे पुत्र सपुत्री करिया करदे है, जां अपने बाबियां दियां कहानियां जिहड़ियां सुननियां ने, करनियां ने, उहदे विच ऐसी ताकत है कि वह पुत तो सपुत करेन, पुत्रा तो सपुत्र बना देंदियां ने, भाव सोहना जीवन कर देंदियां हन। ते वो समा विचारदियां होया आपां सारे सतगुरां दी हजूरी दे विच इकत्तर होए हां। आओ अपने समय नूं आपां सफल बनाईए और गुरु अर्जन देव सच्चे पातशाह महाराज जी दे चरणां कमलां दे विच जुड़ जाइए। महाराज जी दे चरणां दे विच हाजरी लवाइए,
ਪਿਆਰ ਦੇ ਨਾਲ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦੇ ਗੁਣ ਵਰਣਨ ਕਰਨੇ ਕਹਿ ਲੋ ਕਿ ਕਿਸੇ ਇੱਕ ਵਿਦਵਾਨ ਦਾ ਕਾਰਜ ਨਹੀਂ ਹੈ। ਸਿੱਖ ਕੌਮ ਦੇ ਅੰਦਰ ਪਿਛਲੀਆਂ ਕਈ ਸਦੀਆਂ ਵਿੱਚ ਸੈਂਕੜੇ ਕੀ ਹਜ਼ਾਰਾਂ ਵਿਦਵਾਨ ਹੋ ਚੁੱਕੇ ਨੇ, ਹਜ਼ਾਰਾਂ ਕਵੀ ਹੋ ਚੁੱਕੇ ਐ, ਹਜ਼ਾਰਾਂ ਲਿਖਾਰੀ ਹੋ ਚੁੱਕੇ ਨੇ। ਹਰੇਕ ਨੇ ਗੁਰੂ ਸਾਹਿਬਾਨਾਂ ਦਾ ਜਸ ਆਪੋ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਏ ਤੇਤੀ ਅਨੁਸਾਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਸੰਬੰਧੀ ਕੁਝ ਨਾ ਕੁਝ ਕਥਨ ਕੀਤਾ ਹੈ। ਪਰ ਫਿਰ ਵੀ ਕਹਿ ਲਈਏ ਅੰਤ ਪੈ ਜਾਵੇਗਾ। ਅੰਤ ਨਾ ਪਾਵਤ ਦੇਵ ਸਭੈ ਮੁਨ, ਇੰਦਰ ਮਹਾ ਸਿਵ ਜੋਗ ਕਰੀ। ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸਮਗਰ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਹੈ। ਪਰ ਫਿਰ ਵੀ ਸਿੱਖ ਨੇ ਆਪਣੇ ਮਨ ਦੀ ਭਾਵਨਾ ਆਪਣੇ ਗੁਰੂ ਦੇ ਅੱਗੇ ਸਮਰਪਣ ਕਰਨੀ ਹੁੰਦੀ ਹੈ। ਗੁਰੂ ਦੇ ਚਰਨਾਂ ਦੀ ਖੁਸ਼ੀ ਲੈਣ ਵਾਸਤੇ ਕੁਝ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਸਾਖੀਆਂ, ਉਹਨਾਂ ਦੇ ਗੁਣ ਚੇਤੇ ਕੀਤੇ ਜਾਂਦੇ ਨੇ। ਤੋ ਇਸ ਇਤਿਹਾਸ ਦੀ ਸਾਖੀ ਦੀ ਆਰੰਭਤਾ ਤੋਂ ਪਹਿਲਾਂ ਆਪਣੇ ਮਨ ਦੇ ਅੰਦਰ ਇਕਾਗਰਤਾ ਬਣਾਈਏ। ਕੁਝ ਗੁਣ ਹੁੰਦੇ ਨੇ, ਉਹਨਾਂ ਗੁਣਾਂ ਨੂੰ ਧਾਰਨ ਕੀਤੇ ਤੋਂ ਬਿਨਾ ਸਾਡੀ ਕੋਈ ਵੀ ਸਾਧਨਾ ਸਫਲ ਹੀ ਨਹੀਂ। ਪਾਠੀ ਸਿੰਘ ਪਾਠ ਕਰਦਾ ਹੈ, ਰਾਗੀ ਸਿੰਘ ਰਾਗ ਗਾਇਨ ਕਰਦਾ ਹੈ, ਗਿਆਨੀ ਸਿੰਘ ਗਿਆਨ ਦੀਆਂ ਬਾਤਾਂ ਕਰਦਾ, ਕਥਾਵਾਚਕ ਕਥਾ ਕਰਦਾ ਹੈ। ਕੋਈ ਸਾਧਕ, ਕੋਈ ਜਗਿਆਸੂ ਸਾਧਨਾ ਕਰਦਾ ਹੈ। ਪਰੰਤੂ ਜਿਹਦੇ ਵਿੱਚ ਇਹ ਗੁਣ ਨਹੀਂ ਹਨ ਤਾਂ ਉਹਨਾਂ ਦੀ ਕੀਤੀ ਹੋਈ ਸਾਧਨਾ, ਕੀਤਾ ਹੋਇਆ ਗਿਆਨ, ਕੀਤਾ ਹੋਇਆ ਕੀਰਤਨ, ਕੀਤਾ ਹੋਇਆ ਪਾਠ ਕਥਾ ਸਫਲ ਨਹੀਂ ਹੁੰਦੀ ਹੈ। ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਆਪਾਂ ਬੋਲ ਨਿਤ ਜਪਜੀ ਸਾਹਿਬ 'ਚ ਪੜ੍ਹਦੇ ਐ, ਵਿਣ ਗੁਣ ਕੀਤੇ ਭਗਤ ਨਾ ਹੋਏ। ਗੁਰੂ ਦੀ ਹਜ਼ੂਰੀ ਦੇ ਅੰਦਰ ਪਾਠ ਕਰਨਾ ਇੱਕ ਭਗਤੀ ਹੈ, ਕਥਾ ਕਰਨੀ, ਕੀਰਤਨ ਕਰਨਾ ਇੱਕ ਭਗਤੀ ਹੈ। ਪਰ ਇਸ ਭਗਤੀ ਦੀ ਸ਼ੁਰੂਆਤ ਮਹਾਰਾਜ ਜੀ ਕਹਿੰਦੇ ਪਹਿਲਾਂ ਗੁਣ ਧਾਰਨ ਕਰਨੇ ਪੈਣੇ ਆ। ਕੁਝ ਉਹਨਾਂ ਗੁਣਾਂ ਨੂੰ ਧਾਰਨ ਕੀਤੇ ਤੋਂ ਬਗੈਰ ਇਹ ਭਗਤੀ ਨਹੀਂ ਹੋ ਸਕਦੀ ਹੈ। ਗੁਣਾਂ ਦੀ ਵਿਲੱਖਣਤਾ ਤਾਂ ਬਹੁਤ ਹੈ, ਪਰ ਵਿਸ਼ੇਸ਼ ਕਰਕੇ ਕੁਝ ਵਿਦਵਾਨ ਸਤਿਪੁਰਸ਼ਾਂ ਨੇ 5 ਗੁਣ ਕਥਨ ਕੀਤੇ ਹੈ, ਜਿਨ੍ਹਾਂ ਦੀ ਕਿ ਬੜੀ ਜ਼ਰੂਰਤ ਹੈ। ਹਰੇਕ ਸਰੋਤੇ ਨੂੰ, ਹਰੇਕ ਪਾਠੀ, ਰਾਗੀ, ਗਿਆਨੀ, ਜੋ ਵੀ ਕੋਈ ਹੈ, ਜਿਹਨੇ ਵੀ ਗੁਰੂ ਦਾ ਜਸ ਕਰਨਾ ਹੈ, ਉਹਦੇ ਵਾਸਤੇ ਕੁਝ ਗੁਣ ਹੈ। ਉਹਨਾਂ ਗੁਣਾਂ ਦੇ ਵਿੱਚੋਂ 5 ਗੁਣ ਹੈ। ਵਿਸ਼ੇਸ਼ ਕਰਕੇ ਪਹਿਲਾ ਗੁਣ ਹੈ ਸ਼ਰਧਾ। ਹਰੇਕ ਦੇ ਅੰਦਰ ਸ਼ਰਧਾ ਹੋਣੀ ਬੜੀ ਜ਼ਰੂਰੀ। ਸ਼ਰਧਾ ਨਾਮ ਵਿਸ਼ਵਾਸ ਦਾ ਹੀ ਹੁੰਦਾ ਹੈ। ਆਪਣੇ ਗੁਰੂ ਦੇ ਉੱਤੇ ਅਟੁੱਟ ਵਿਸ਼ਵਾਸ ਹੋਣਾ, ਪੂਰਨ ਸ਼ਰਧਾ ਹੋਣੀ। ਦੂਜੇ ਨੰਬਰ ਤੇ ਹੈ ਭਾਵਨਾ। ਆਪਣੇ ਮਨ ਦੇ ਵਿੱਚ ਆਪਣੇ ਗੁਰੂ ਪ੍ਰਤੀ ਭਾਵਨਾ, ਪ੍ਰੀਤੀ, ਪ੍ਰਤੀਤੀ ਹੋਣੀ। ਤੀਜੇ ਨੰਬਰ ਤੇ ਹੈ ਸਾਧ ਸੰਗਤ ਜੀ ਨਿਰਮਾਣਤਾ। ਕਿਉਂਕਿ ਜਿੰਨਾ ਚਿਰ ਆਪਣੇ ਅੰਦਰ ਨਿਰਮਾਣਤਾ ਨਹੀਂ, ਉਹਨਾਂ ਚਿਰ ਆਪਾਂ ਕੋਈ ਦੂਜੀ ਬਾਤ ਸੁਣ ਹੀ ਨਹੀਂ ਸਕਦੇ, ਉਹ ਗਾ ਹੀ ਨਹੀਂ ਸਕਦੇ। ਹੰਕਾਰ ਦੇ ਵਿੱਚ ਮਹਾਰਾਜ ਜਿਵੇਂ ਕਹਿੰਦੇ ਨਾ ਕਿ ਸੇਵਕ ਸਿੱਖ ਪੂਜਨ ਸਭ ਆਵਹਿ, ਸਭ ਗਾਵਹਿ ਹਰ ਹਰ ਊਤਮ ਬਾਣੀ। ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਆਉਂਦੇ ਨੇ ਸੇਵਕ ਸਿੱਖ ਪੂਜਨ ਵਾਸਤੇ, ਗਾਉਂਦੇ ਆ ਬਾਣੀ, ਪਾਠ ਕਰਦੇ ਆ ਆਪਾਂ। ਪਰ ਗੁਰੂ ਸਾਹਿਬ ਜੀ ਨੇ ਇੱਕ ਸ਼ਰਤ ਵੀ ਰੱਖੀ ਹੋਈ ਹੈ। ਮਹਾਰਾਜ ਜੀ ਕਹਿੰਦੇ ਆ ਭਾਈ, ਜਿੰਨਾ ਚਿਰ ਆਪਾਂ ਗੁਰੂ ਦੀ ਆਗਿਆ ਦਾ ਪਾਲਣ ਨਹੀਂ ਕਰਦੇ ਹਾਂ, ਉਹਨਾਂ ਚਿਰ ਸਾਡਾ ਗਾਵਿਆ ਸੁਣਿਆ ਥਾਂ ਨਹੀਂ ਪੈਂਦਾ ਹੈ। ਗੁਰੂ ਦੀ ਆਗਿਆ ਕਿਹੜੀ ਹੈ? ਜਪਜੀ ਸਾਹਿਬ ਦਾ ਪਾਠ ਪੜੋ ਤੇ ਮਹਾਰਾਜ ਕਹਿੰਦੇ ਗਾਵੀਐ ਸੁਣੀਐ ਮਨ ਰੱਖੀਐ ਭਾਉ। ਜਦੋਂ ਆਪਾਂ ਗੁਰੂ ਦੀ ਗੱਲ ਕੋਈ ਗਾਉਣੀ ਹੈ, ਕਥਨ ਕਰਨੀ ਹੈ, ਜਾਂ ਗੁਰੂ ਦੀ ਗੱਲ ਕੋਈ ਸੁਣਨੀ ਹੈ, ਤਾਂ ਸ਼ਰਤ ਹੈ ਇੱਕ। ਮਹਾਰਾਜ ਜੀ ਕਹਿੰਦੇ ਕਿ ਮਨ ਦੇ ਅੰਦਰ ਪ੍ਰੇਮ ਰੱਖਣਾ ਪਵੇਗਾ। ਬਿਨਾਂ ਪ੍ਰੇਮ ਤੋਂ ਸੁਣੀ ਹੋਈ ਗੱਲ, ਸੁਣੀ ਹੋਈ ਬਾਤ ਕੋਈ, ਜਾਂ ਕੀਰਤਨ ਕੀਤਾ ਹੋਇਆ, ਪਾਠ ਕੀਤਾ ਹੋਇਆ ਸਫਲਾ ਨਹੀਂ ਹੈ। ਪ੍ਰੇਮ ਤੋਂ ਬਿਨਾਂ ਆਪਣੇ ਦੁਨਿਆਵੀ ਰਿਸ਼ਤੇ ਵੀ ਸਾਧ ਸੰਗਤ ਜੀ ਨਹੀਂ ਨਿਭਦੇ ਹੈ।
ਚਾਹੇ ਖੂਨ ਦੇ ਸਾਡੇ ਰਿਸ਼ਤੇ ਹੈ, ਪਿਆਰ ਤੋਂ ਬਿਨਾਂ ਤਾਂ ਉਹਨਾਂ 'ਚ ਵੀ ਫਿੱਕ ਪੈ ਜਾਂਦਾ ਹੈ, ਤੇ ਫਿਰ ਗੁਰੂ ਦੇ ਨਾਲ ਰਿਸ਼ਤਾ ਜਿਹੜਾ ਉਹ ਕਿਵੇਂ ਨਿਭੇਗਾ? ਉਹ ਵੀ ਪ੍ਰੇਮ ਦੇ ਨਾਲ ਹੈ। ਤਾਂ ਕਰਕੇ ਮਹਾਰਾਜ ਨੇ ਸ਼ਰਤ ਰੱਖੀ ਹੈ ਕਿ ਗੁਰੂ ਕੇ ਸਿੱਖਾ, ਜੇ ਤੂੰ ਬਾਣੀ ਪੜ੍ਹਨੀ ਹੈ, ਗਾਉਣੀ ਹੈ, ਸੁਣਨੀ ਹੈ, ਤਾਂ ਮਨ ਦੇ ਵਿੱਚ ਪ੍ਰੇਮ ਰੱਖੀ। ਜਾਂ ਵੇਖੀ ਕਹਿੰਦੇ ਇੰਨੀ ਤੇਰੇ ਘਰ 'ਚ ਬਰਕਤ ਹੋਏਗੀ, ਦੁੱਖ ਪਰ ਹਰ ਸਾਰੇ ਆਪਣੇ ਦੁੱਖਾਂ ਨੂੰ ਦੂਰ ਕਰ ਲਵੇਂਗਾ, ਸੁੱਖ ਘਰ ਲੈ ਜਾਏ ਤੇ ਆਪਣੇ ਘਰ ਸਾਰੇ ਸੁੱਖਾਂ ਨੂੰ ਲੈ ਜਾਵੇਂਗਾ। ਤੋ ਇਸ ਕਰਕੇ ਮਨ ਦੇ ਅੰਦਰ ਨਿਰਮਾਣਤਾ ਹੋਣੀ ਚਾਹੀਦੀ, ਬੜੀ ਜ਼ਰੂਰੀ। ਤੇ ਫਿਰ ਚੌਥੇ ਨੰਬਰ ਤੇ ਹੈ ਸਾਵਧਾਨਤਾ। ਸਰੀਰ ਦੀ ਸਾਵਧਾਨੀ ਬੜੀ ਜ਼ਰੂਰੀ ਹੈ। ਇਹ ਨਹੀਂ ਕਿ ਕਥਾ ਹੋ ਰਹੀ ਹੈ, ਗੁਰੂ ਦੀਆਂ ਬਾਤਾਂ ਹੋ ਰਹੀਆਂ ਨੇ ਤੇ ਆਪਾਂ ਕੰਧ ਨਾਲ ਢੋ ਲਾ ਕੇ ਬੈਠੇ ਬੈਠੇ ਉੱਥੇ ਹੀ ਸੌਂ ਗਏ। ਉਹ ਫਿਰ ਸੁਣਿਆ ਹੋਇਆ ਸਾਡਾ ਕੋਈ ਥਾਂ ਨਹੀਂ ਪੈਣਾ। ਤੇ ਪੰਜਵੇਂ ਨੰਬਰ ਤੇ ਹੈ ਮਨ ਦੀ ਇਕਾਗਰਤਾ। ਇਹਨਾਂ ਪੰਜਾਂ ਗੁਣਾਂ ਦੀ ਬੜੀ ਸੰਗਤ ਦੀ ਜ਼ਰੂਰਤ ਹੈ। ਹਰੇਕ ਨੂੰ, ਪਾਠੀ ਸਿੰਘ ਨੂੰ ਜ਼ਰੂਰਤ ਹੈ ਪਾਠ ਕਰਨ ਲੱਗਿਆਂ, ਰਾਗੀ ਸਿੰਘ ਨੂੰ ਜ਼ਰੂਰਤ ਹੈ ਕੀਰਤਨ ਕਰਨ ਲੱਗਿਆਂ, ਗਿਆਨੀ ਸਿੰਘ ਨੂੰ ਜ਼ਰੂਰਤ ਹੈ ਕਥਾ ਕਰਨ ਲੱਗਿਆਂ, ਇਸੇ ਤਰ੍ਹਾਂ ਸਰੋਤੇ ਨੂੰ ਜ਼ਰੂਰਤ ਹੈ ਸੁਣਨ ਲੱਗਿਆ। ਇਹਨਾਂ ਪੰਜਾਂ ਗੁਣਾਂ ਨੂੰ ਧਾਰਨ ਕਰਕੇ ਰੱਖੇਗਾ ਤਾਂ ਉਹਦਾ ਸੁਣਿਆ ਹੋਇਆ ਸਫਲਾ ਹੋਵੇਗਾ। ਹੁਣ ਇਹਨਾਂ ਚੀਜ਼ਾਂ ਨੂੰ ਆਪਾਂ ਵਿਚਾਰਦੇ ਨਹੀਂ ਹੈ, ਜਿਹਦੇ ਕਰਕੇ ਕਹਿ ਲਓ ਪਾਠ ਤਾਂ ਕਿੰਨੇ ਹੋ ਰਹੇ ਨੇ, ਪ੍ਰਚਾਰ ਬੜਾ ਹੋ ਰਿਹਾ ਹੈ, ਤੇ ਪਰੰਤੂ ਸਾਡੇ ਅੰਦਰ ਅਸਰ ਕੋਈ ਨਹੀਂ ਹੋ ਰਿਹਾ ਹੈ। ਉਹਦਾ ਕਾਰਨ ਕੁਝ ਇਹੀ ਹੈ। ਕਾਰਨ ਇਹ ਹੈ ਕਿ ਉਹ ਜਿਹੜੇ ਗੁਣ ਹੈ, ਮਹਾਰਾਜ ਜੀ ਨੇ ਕਿਹਾ ਨਾ, ਗੁਣਾਂ ਤੋਂ ਬਿਨਾਂ ਭਗਤੀ ਨਹੀਂ ਨਾ ਧਾਰਨ। ਜਿਵੇਂ ਥੱਲਾ ਹੀ ਨਹੀਂ ਹੈ ਹੁਣ ਸੰਗਤ ਜੀ ਕਿਸੇ ਭਾਂਡੇ ਦਾ, ਉਹਦੇ ਵਿੱਚ ਵਸਤੂ ਕਿਵੇਂ ਟਿਕੇਗੀ? ਦੁੱਧ ਚੋਣ ਜਾਂਦੇ ਆ ਤੇ ਜਿਸ ਭਾਂਡੇ ਵਿੱਚ ਬਾਲਟੀ 'ਚ ਦੁੱਧ ਚੋਣਾ, ਥੱਲਾ ਪਹਿਲਾਂ ਦੇਖੀ ਤਾਂ ਥੱਲਾ ਚੋਂਦਾ ਤਾਂ ਨਹੀਂ। ਜੇ ਥੱਲਾ ਮਜ਼ਬੂਤ ਹੈ ਤਾਂ ਫਿਰ ਉਹਦੇ ਵਿੱਚ ਜੋ ਮਰਜ਼ੀ ਪਾ ਲਓ। ਇਸੇ ਤਰ੍ਹਾਂ ਜੇ ਆਪਣੇ ਅੰਦਰ ਇਹ ਗੁਣ ਹਨ ਤਾਂ ਫਿਰ ਜੋ ਮਰਜ਼ੀ ਗੁਰੂ ਦੀਆਂ ਬਾਤਾਂ ਪਾ ਲਓ, ਸਾਡੇ ਅੰਦਰ ਬੜਾ ਅਸਰ ਹੋਵੇਗਾ। ਰੋ ਵਿਚਾਰ ਤੋ ਇਹਨਾਂ ਗੁਣਾਂ ਨੂੰ ਧਾਰਨ ਕਰੋ ਤੇ ਆਪਣੇ ਮਨ ਦੇ ਅੰਦਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪ੍ਰਤੀ ਪਿਆਰ, ਸ਼ਰਧਾ ਧਾਰਨ ਕਰਕੇ ਉਹਨਾਂ ਦੇ ਚਰਨਾਂ ਦੇ ਨਾਲ ਆਪਾਂ ਜੁੜੀਏ। ਪਿਆਰ ਦੇ ਨਾਲ ਜਪੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਨੂੰ ਆਪਾਂ ਸ਼ਹੀਦਾਂ ਦੇ ਸਰਤਾਜ ਦੇ ਨਾਮ ਦੇ ਨਾਲ ਜਾਣਦੇ ਹਾਂ। ਸ਼ਹੀਦਾਂ ਦੇ ਸਰਤਾਜ ਤੋਂ ਭਾਵ ਹੈ ਕਿ ਜਿੰਨੇ ਵੀ ਦੁਨੀਆ ਦੇ ਵਿੱਚ ਸ਼ਹੀਦ ਹੋਏ ਹੈ, ਉਹਨਾਂ ਸਾਰੇ ਸ਼ਹੀਦਾਂ ਤੋਂ ਸਭ ਤੋਂ ਉੱਤੇ, ਸਾਰਿਆਂ ਦੇ ਸਿਰ ਦੇ ਤਾਜ, ਸ਼੍ਰੋਮਣੀ। ਫਿਰ ਮਨ ਦੇ ਵਿੱਚ ਸਵਾਲ ਹੋ ਜਾਂਦਾ ਕਿ ਗੁਰੂ ਅਰਜਨ ਦੇਵ ਜੀ ਤੋਂ ਪਹਿਲਾਂ ਕੋਈ ਸ਼ਹੀਦ ਨਹੀਂ ਹੋਇਆ। ਜਦੋਂ ਪੁਰਾਣੇ ਆਪਾਂ ਇਤਿਹਾਸ ਖੋਲਦੇ ਹਾਂ ਤਾਂ ਉਹ ਇਤਿਹਾਸ ਸ਼ਹੀਦਾਂ ਨਾਲ ਭਰੇ ਪਏ ਆ। ਇਸਲਾਮ ਧਰਮ ਦੇ ਅੰਦਰ ਬਥੇਰੇ ਸ਼ਹੀਦ ਹੋਏ ਹੈ। ਉਹਨਾਂ ਵਿੱਚੋਂ ਖਾਸ ਕਰਕੇ ਮੁਹੰਮਦ ਸਾਹਿਬ ਦੇ ਦੋਤਰੇ ਦਾ ਜ਼ਿਕਰ ਆਉਂਦਾ ਹੈ, ਹਸਨ ਹੁਸੈਨ ਜੀ ਦਾ। ਫਿਰ ਵਾਰਿਸ ਸ਼ਾਹ ਨੇ ਆਪਣੀ ਹੀਰ ਵਿੱਚ ਇੱਕ ਮੁਹੰਮਦ ਸਾਹਿਬ ਦੇ ਦੰਦ ਦਾ ਵੀ ਜ਼ਿਕਰ ਕੀਤਾ ਹੋਇਆ ਕਿ ਉਹ ਜੰਗ ਦੇ ਵਿੱਚ ਮੁਹੰਮਦ ਸਾਹਿਬ ਜੀ ਦਾ ਦੰਦ ਇੱਕ ਟੁੱਟ ਗਿਆ ਸੀ ਤੇ ਉਹ ਦੰਦ ਨੂੰ ਵੀ ਇਸਲਾਮ ਧਰਮ ਦੇ ਵਿੱਚ ਸ਼ਹੀਦ ਕਿਹਾ ਜਾਂਦਾ ਕਿ ਮੁਹੰਮਦ ਸਾਹਿਬ ਜੀ ਦਾ ਦੰਦ ਸ਼ਹੀਦ ਹੋਇਆ। ਈਸਾਈ ਮਤ ਦੇ ਵਿੱਚ ਈਸਾ ਜੀ ਕਹਿੰਦੇ ਸ਼ਹੀਦ ਹੋਏ ਹੈ। ਸੂਫੀ ਮਤ ਦੇ ਵਿੱਚ ਮਨਸੂਰ ਜੀ ਸ਼ਹੀਦ ਹੋਏ ਨੇ। ਹੋਰ ਵੀ ਮਤਾਂ ਵਿੱਚ ਬੜੇ ਸ਼ਹੀਦ ਹੋਏ। ਹਾਲਾਂਕਿ ਸਿੱਖ ਮਤ ਦੇ ਵਿੱਚ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਪਹਿਲਾਂ ਸ਼ਹੀਦੀ ਹੋ ਚੁੱਕੀ ਹੈ। ਉਹਦਾ ਜ਼ਿਕਰ ਪ੍ਰਿੰਸੀਪਲ ਗੰਡਾ ਸਿੰਘ ਜੀ ਹੋਣਾ ਨੇ ਕੀਤਾ ਹੋਇਆ। ਹੁਣ ਤਾਂ ਕਈ ਵਿਦਵਾਨ ਕਰਦੇ ਹੈ ਵੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵੇਲੇ ਸਿੱਖ ਸੀ ਭਾਈ ਤਾਰੂ ਪੋਪੜ ਜੀ, ਉਹਨਾਂ ਦਾ ਜ਼ਿਕਰ ਉਹਨਾਂ ਕੀਤਾ ਕਿ ਜਦੋਂ ਲਾਹੌਰ ਦੇ ਵਿੱਚ ਬਾਬਰ ਨੇ ਅੱਗ ਲਾਈ ਹੋਈ ਸੀ ਤਾਂ ਇਹ ਭਾਈ ਤਾਰੂ ਜੀ ਉਸ ਅੱਗ ਨੂੰ ਬੁਝਾਉਣ ਵਾਸਤੇ ਗਏ ਹੋਏ ਸਨ। ਬੜੇ ਪਿਆਰ ਵਾਲੀ ਉਹਨਾਂ ਦੀ ਚਲੋ ਸਾਖੀ ਵਿਦਵਾਨਾਂ ਨੇ ਲਿਖੀ ਹੋਈ ਹੈ। ਭੈਣ ਤੇ ਭਰਾ ਦਾ ਬੜਾ ਪਿਆਰ ਕਥਨ ਕੀਤਾ ਹੋਇਆ ਹੈ। ਤੋ ਤਾਰੂ ਜੀ ਜਦੋਂ ਜਾਂਦੇ ਆ ਅੱਗ ਨੂੰ ਬੁਝਾਉਣ ਵਾਸਤੇ ਤੇ ਉਹ ਸਿਪਾਹੀ ਕਹਿੰਦੇ ਤੂੰ ਕੀ ਕਰਦਾ? ਕਹਿੰਦਾ ਜੀ ਮੈਂ ਅੱਗ ਬੁਝਾਉਣ ਵਾਸਤੇ ਆਇਆ। ਆ ਕਿ ਇੰਨੇ ਕੁ ਪਾਣੀ ਨਾਲ ਅੱਗ ਬੁਝਾ ਲਵੇਂਗਾ? ਕਹਿੰਦੇ ਬੁਝਾ ਤਾਂ ਨਹੀਂ ਸਕਦਾ, ਪਰ ਮੇਰੇ ਗੁਰੂ ਨੇ ਸਿੱਖਿਆ ਦਿੱਤੀ ਹੋਈ ਹੈ ਕਿ ਤੂੰ ਅੱਗ ਨੂੰ ਬੁਝਾਉਣ ਵਾਸਤੇ ਹੀ ਹੈ। ਠੀਕ ਹੈ, ਤੁਸੀਂ ਇਸ ਲਾਹੌਰ ਦੇ ਵਿੱਚ ਅੱਗ ਲਾਈ ਹੈ,
ਪਰ ਤੁਹਾਡੇ ਸਾਹਮਣੇ ਕੋਈ ਤਾਂ ਬੰਦਾ ਆਇਆ ਜਿਸ ਨੇ ਅੱਗ ਨੂੰ ਬੁਝਾਉਣ ਦਾ ਯਤਨ ਕੀਤਾ ਸੀ। ਇਤਿਆਦ ਕੁਝ ਗੱਲਾਂ ਬਾਤਾਂ ਹੋਈਆਂ। ਸਿਪਾਹੀਆਂ ਨੇ ਗੁੱਸੇ 'ਚ ਆ ਕੇ ਬਲਦੀ ਹੋਈ ਅੱਗ ਦੇ ਵਿੱਚ ਹੀ ਕਹਿੰਦੇ ਉਹਨਾਂ ਨੂੰ ਚੁੱਕ ਕੇ ਸੁੱਟ ਦਿੱਤਾ, ਜਿਹਦੇ ਕਰਕੇ ਉਹਨਾਂ ਦੀ ਉੱਥੇ ਸ਼ਹੀਦੀ ਹੋਈ ਸੀ। ਪਰੰਤੂ ਫਿਰ ਵੀ ਆਪਾਂ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਵੀ ਆਖਦੇ ਹਾਂ। ਇਹਦਾ ਕਾਰਨ ਹੈ ਕੁਝ। ਬਹੁਤ ਸਾਰੇ ਸਾਨੂੰ ਸਵਾਲ ਕਰ ਸਕਦੇ ਆ, ਕਰਦੇ ਵੀ ਅੱਜ ਕੱਲ੍ਹ ਚਲੋ ਕਰਨ ਲੱਗ ਪਏ ਆ ਕਿ ਜੀ ਤੁਸੀਂ ਕਿਉਂ ਸ਼ਹੀਦਾਂ ਦੇ ਸਰਤਾਜ ਕਹਿੰਦੇ ਆ ਆਪਣੇ ਗੁਰੂ ਸਾਹਿਬ ਜੀ ਨੂੰ। ਤਾਂ ਉਹਦਾ ਕਾਰਨ ਇਹ ਹੈ ਸਾਧ ਸੰਗਤ ਜੀ, ਦੇਖੋ ਜਿੰਨੇ ਵੀ ਪਹਿਲਾਂ ਸ਼ਹੀਦ ਹੋਏ ਹੈ ਉਹਨਾਂ ਦੇ ਸਾਹਮਣੇ ਇੱਕ ਮੌਤ ਤੋਂ ਬਿਨਾਂ ਕੋਈ ਦੂਜਾ ਰਾਹ ਹੈ ਹੀ ਨਹੀਂ ਸੀ। ਜਿੰਨੇ ਵੀ ਪਹਿਲਾਂ ਸ਼ਹੀਦ ਹੋਏ ਨੇ ਬਸ ਇੱਕੋ ਇੱਕ ਉਹਨਾਂ ਦੇ ਸਾਹਮਣੇ ਮੌਤ ਦਾ ਹੀ ਰਾਹ ਖੁੱਲਿਆ ਹੋਇਆ ਸੀ। ਤੇ ਜੇ ਦੂਜਾ ਰਾਹ ਹੁੰਦਾ ਤੇ ਸ਼ਾਇਦ ਉਹ ਡੋਲ ਜਾਂਦੇ, ਦੂਜੇ ਰਾਹ ਨੂੰ ਚੁਣ ਲੈਂਦੇ। ਚਾਹੇ ਈਸਾ ਜੀ ਹੈ, ਚਾਹੇ ਹਸਨ ਹੁਸੈਨ ਜੀ ਹੈ, ਚਾਹੇ ਮੁਹੰਮਦ ਸਾਹਿਬ ਜੀ ਇਤਿਆਦਿਕ ਹੋਰ ਵੀ ਜਿਹੜੇ ਹੋਏ ਨੇ, ਮਨਸੂਰ ਜੀ ਨੇ, ਉਹਨਾਂ ਦੇ ਸਾਹਮਣੇ ਬਸ ਇੱਕੋ ਇੱਕ ਸੀ ਵੀ ਇਹਨਾਂ ਨੂੰ ਕਤਲ ਕਰ ਦਿੱਤਾ ਜਾਵੇ। ਪਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਸ਼ਰਤ ਰੱਖੀ ਗਈ ਸੀ ਕਿ ਆਪ ਦੇ ਸਾਹਮਣੇ ਦੋ ਰਾਹ ਵਡਿਆਈ ਲਿਖੋ, ਨਹੀਂ ਤਾਂ ਕਹਿੰਦੇ ਦੂਜਾ ਰਾਹ ਫਿਰ ਤੁਹਾਡੇ ਕਤਲ ਦਾ ਹੈ। ਇਹ ਵੀ ਜ਼ਿਕਰ ਕੀਤਾ ਕਿ ਜਾਂ ਤਾਂ ਤੁਸੀਂ ਸਾਡਾ ਜਿਹੜਾ ਮਤ ਹੈ ਮੁਸਲਮਾਨ ਧਰਮ ਹੈ ਇਹਨੂੰ ਤੁਸੀਂ ਆਪ ਕਬੂਲ ਕਰ ਲਓ, ਜੇ ਨਹੀਂ ਕਰਦੇ ਆ ਤਾਂ ਫਿਰ ਦੂਜਾ ਤੁਹਾਡੇ ਸਾਹਮਣੇ ਰਾਹ ਹੈ ਮੌਤ ਦਾ। ਇਹ ਹੁਣ ਦੋ ਰਸਤੇ ਹੋ ਗਏ ਨਾ, ਤੁਸੀਂ ਜ਼ਿੰਦਗੀ ਵੀ ਆਪਣੀ ਮੰਗ ਸਕਦੇ ਹੋ। ਭਾਵ ਇੱਕ ਪਾਸੇ ਜ਼ਿੰਦਗੀ ਦਾ ਰਾਹ ਵੀ ਹੈਗਾ ਹੈ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜ਼ਿੰਦਗੀ ਦਾ ਰਾਹ ਛੱਡ ਕਰਕੇ ਤੇ ਮੌਤ ਦਾ ਰਾਹ ਜਿਹੜਾ ਸੀ ਉਹ ਪ੍ਰਵਾਨ ਕੀਤਾ। ਇਸ ਕਰਕੇ ਵੀ ਬੜੇ ਪੁਰਾਣੇ ਪੁਰਾਤਨ ਸ਼ਹੀਦ ਹੋਏ ਨੇ, ਕੁਝ ਮੰਨੇ ਜਾਂਦੇ ਹੈ, ਪਰ ਉਹਨਾਂ ਦੇ ਵਿੱਚ ਕੀ ਸੀ ਕਿ ਉਹਨਾਂ ਦੇ ਸਾਹਮਣੇ ਕੋਈ ਦੂਜਾ ਰਾਹ ਹੀ ਨਹੀਂ ਸੀ। ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜ਼ਿੰਦਗੀ ਦਾ ਰਾਹ ਛੱਡ ਕੇ ਮੌਤ ਦੇ ਰਾਹ ਨੂੰ ਆਪਣੇ ਹੱਥ ਦੇ ਵਿੱਚ ਪਕੜਿਆ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਖਵਾਏ, ਕਿਉਂਕਿ ਇਹਦੋਂ ਪਹਿਲਾਂ ਕੋਈ ਇਦਾਂ ਦੀ ਸ਼ਹੀਦੀ ਨਹੀਂ ਹੋਈ ਸੀ। ਤੋ ਐਸੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦਾ ਰੂਹਾਨੀ ਗਿਆਨ ਜਨਮ ਤੋਂ ਹੀ ਸਿੱਧ ਹੈ। ਪਟ ਸਾਹਿਬਾਨ ਗੁਰਬਾਣੀ 'ਚ ਕਹਿੰਦੇ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਇਹ ਵੀ ਸਾਨੂੰ ਖਿਆਲ ਰਵੇ ਸਾਧ ਸੰਗਤ ਜੀ, ਅੱਜ ਕੱਲ ਕੁਝ ਇਹੋ ਜਿਹੇ ਰੌਲੇ ਹੋ ਗਏ ਕਿ 2 ਦੂਣੀ 8 ਵਾਲੇ ਅਨੇਕਾਂ ਸਾਨੂੰ ਵਿਦਵਾਨ ਮਿਲਦੇ ਪਏ ਐ। ਪ੍ਰਚਾਰਕ ਉਹ ਗੁਰੂ ਸਾਹਿਬ ਜੀ ਨੂੰ ਆਪਣੇ ਵਰਗਾ ਆਮ ਇਨਸਾਨ ਸਮਝਦੇ ਨੇ ਵੀ ਜਿਵੇਂ ਆਪਾਂ ਹਾਂ ਪੰਜਾਂ ਤੱਤਾਂ ਦੇ, ਵੀ ਇਦਾਂ ਹੀ ਸਾਡੇ ਗੁਰੂ ਸਾਹਿਬ ਜੀ ਉਹ ਵੀ ਪੰਜਾਂ ਤੱਤਾਂ ਦੇ ਬਣੇ, ਜਿਵੇਂ ਆਪਾਂ ਇਨਸਾਨ ਉਦਾਂ ਹੀ ਉਹ ਇਨਸਾਨ ਹੈ। ਔਰ ਕਈਆਂ ਨੇ ਇੱਥੋਂ ਤੱਕ ਵੀ ਕਹਿਣਾ ਸਿੱਧ ਕਰ ਦਿੱਤਾ, ਕਹਿੰਦੇ ਦੇਖੋ ਜੀ ਦੁਨੀਆ ਦੇ ਵਿੱਚ ਜਿਹੜਾ ਬੰਦਾ ਹੈ ਉਹਨੇ ਮਹਾਨ ਕੰਮ ਕੀਤੇ ਹੈ ਤੇ ਉਹ ਮਹਾਨ ਖਵਾਉਂਦਾ। ਇਸੇ ਤਰ੍ਹਾਂ ਸਾਡੇ ਗੁਰੂ ਜਿਹੜੇ ਹੋਏ ਹੈ ਉਹਨਾਂ ਨੇ ਮਹਾਨ ਕੰਮ ਕੀਤੇ ਨੇ, ਮਹਾਨ ਕੰਮਾਂ ਕਰਕੇ ਉਹ ਮਹਾਨ ਹੈ, ਤਾਂ ਗੁਰੂ ਅਖਵਾਏ ਨੇ। ਇਸ ਕਰਕੇ ਆਪਾਂ ਮਹਾਨ ਕੰਮ ਕਰਾਂਗੇ ਤੇ ਮਹਾਨ ਹੋ ਜਾਾਂਗੇ। ਇੱਕ ਪੱਖੋਂ ਤਾਂ ਸਾਨੂੰ ਸੁਣ ਕੇ ਇੰਜ ਲੱਗਦਾ ਕਿ ਗੱਲ ਤਾਂ ਠੀਕ ਹੈ, ਪਰ ਇਹਦਾ ਦੂਜਾ ਪੱਖ ਥੋੜਾ ਜਿਹਾ ਵਿਚਾਰ ਕਰੀਏ ਆਪਾਂ ਕਿ ਦੇਖੋ ਜੇ ਮਹਾਨ ਕੰਮ ਕਰਕੇ ਹੀ ਮਹਾਨ ਹੋਈਦਾ ਹੈ ਤਾਂ ਫਿਰ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ 5 ਸਾਲ ਦੀ ਉਮਰ 'ਚ ਗੁਰਤਾ ਗੱਦੀ ਦੇ ਮਾਲਕ ਬਣਦੇ ਹੈ। ਤੇ 5 ਸਾਲ ਤੱਕ ਉਹਨਾਂ ਨੇ ਕਿਹੜਾ ਮਹਾਨ ਕਾਰਜ ਕੀਤਾ ਸੀ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ 11 ਸਾਲ ਦੀ ਉਮਰ ਦੇ ਵਿੱਚ ਗੁਰਤਾ ਗੱਦੀ ਦੇ ਮਾਲਕ ਬਣਦੇ ਹੈ ਤੇ ਪਹਿਲੇ 11 ਸਾਲ ਦੇ ਵਿੱਚ ਮਹਾਰਾਜ ਜੀ ਦਾ ਇਤਿਹਾਸ ਵਿੱਚ ਕੋਈ ਮਹਾਨ ਕਾਰਜ ਹੋਵੇ ਉਹਦਾ ਜ਼ਿਕਰ ਨਹੀਂ ਆਇਆ ਹੈ। ਇਸੇ ਤਰ੍ਹਾਂ ਬਾਕੀ ਗੁਰੂ ਸਾਹਿਬਾਨ ਗੁਰੂ ਪਦਵੀ ਬਾਰੇ ਸਮਝਣਾ ਪਏਗਾ ਕਿ ਗੁਰੂ ਪਦ ਦਾ ਮਤਲਬ ਕੀ ਹੈ। ਗੁਰਬਾਣੀ ਦੇ ਵਿੱਚ ਹੀ ਵੈਸੇ ਤਾਂ ਗੁਰੂ ਸਾਹਿਬ ਜੀ ਨੇ ਸੰਗਤ ਜੀ ਬੜੀ ਵਿਆਖਿਆ ਕਰ ਕਰਕੇ ਸਮਝਾਈ ਹੈ ਗੁਰੂ ਦੀ ਪਰਿਭਾਸ਼ਾ। ਜੇ ਗੁਰੂ ਦਾ ਅਰਥ ਆਪਾਂ ਕੱਲਾ ਇੰਨਾ ਲਵਾਂਗੇ ਵੀ ਗੁਰੂ ਦਾ ਅਰਥ ਹੈ ਅਧਿਆਪਕ, ਟੀਚਰ, ਉਸਤਾਦ, ਜਿਹੜਾ ਵਿਦਿਆਰਥੀ ਨੂੰ ਗੁਣ ਸਿਖਾਵੇ, ਉਹ ਵਿਦਿਆ ਪੜ੍ਹਾਵੇ, ਉਹਨੂੰ ਗੁਰੂ ਕਹਿ ਦਿੰਦੇ ਆ। ਤਾਂ ਇਹਦੇ ਨਾਲ ਤਾਂ ਫਿਰ ਆਪਣੇ ਗੁਰੂ ਤੇ ਸ਼ੱਕ ਤਾਂ ਜਾਵੇਗਾ ਕਿਉਂਕਿ ਜਿਹੜਾ ਅਧਿਆਪਕ ਹੈ ਕੱਲਾ ਉਹ ਫਿਰ ਸਿੱਖ ਦੀ ਕਲਿਆਣ ਨਹੀਂ ਕਰ ਸਕਦਾ। ਬਹੁਤੇ ਜਿਹੜੇ ਅਧਿਆਪਕ ਹੈ ਗੁਰੂ ਹੋਏ ਨੇ ਉਹ ਤਾਂ ਵਿਚਾਰੇ ਆਪ ਵਿਦਿਆ ਦੇ ਬੰਧਨ ਦੇ ਵਿੱਚ ਬੱਝੇ ਪਏ ਸਨ। ਜਿਵੇਂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਪੜ੍ਹਨ ਵਾਸਤੇ ਲੈ ਕੇ ਗਏ ਉਹਨਾਂ ਦੇ ਪਿਤਾ ਜੀ, ਤੇ ਉੱਥੇ ਜਾ ਕਰਕੇ ਪੰਡਤ ਗੋਪਾਲ ਜੀ ਦੇ ਪਾਸ ਜਦੋਂ ਗਏ, ਪਾਂਧੇ ਗੋਪਾਲ ਦੇ ਪਾਸ, ਮੈਨੂੰ ਪਤਾ ਹੈ, ਉਹ ਫਿਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਕਿ ਆਹ ਵਿਦਿਆ ਪੜ੍ਹੋ।
ਜਿਵੇਂ ਸ੍ਰੀ ਰਾਗ ਦੇ ਵਿੱਚ ਵੀ ਸ਼ਬਦ ਉਚਾਰਨ ਕੀਤਾ, ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਾ ਲਾਹ ਲਿਖ, ਲਿਖ ਅੰਤ ਨ ਪਾਰਾਵਾਰ। ਬਾਬਾ ਇਹੋ ਲੇਖਾ ਲਿਖ ਜਾਣ, ਇਹ ਲੇਖਾ ਜਿਹੜਾ ਲਿਖਣਾ ਤੁਸੀਂ ਜਾਣੋ। ਤੋ ਇਸ ਤਰੀਕੇ ਦੇ ਨਾਲ ਗੁਰੂ ਸਾਹਿਬ ਜਿਹੜੇ ਸਾਡੇ ਹੈ ਸਾਧ ਸੰਗਤ ਜੀ, ਉਹਨੂੰ ਇਕੱਲੇ ਅਧਿਆਪਕ ਦੇ ਤਰੀਕੇ ਨਾਲ ਜਾਣਾਂਗੇ ਤਾਂ ਫਿਰ ਤਾਂ ਗੱਲ ਨਹੀਂ ਬਣਦੀ ਹੈ, ਫਿਰ ਤਾਂ ਸਾਡੇ ਮਨ 'ਚ ਸ਼ੰਕਾ ਆ ਜਾਏਗਾ। ਫਿਰ ਗੁਰਬਾਣੀ ਦਾ ਓਟ ਆਸਰਾ ਲੈ ਕਰਕੇ, ਕਿਉਂਕਿ ਜਿਹੜਾ ਵੀ ਕੋਈ ਸ਼ਬਦ ਹੁੰਦਾ ਹੈ ਉਹਦਾ ਸਾਨੂੰ ਉਹਦੀ ਪਰਿਭਾਸ਼ਾ ਸਮਝਣੀ ਪੈਂਦੀ ਹੈ, ਤਾਂ ਕੋ ਸਮਝ ਪੈਂਦੀ ਹੈ। ਆਪਾਂ ਗੁਰੂ ਗ੍ਰੰਥ ਸਾਹਿਬ ਜਾਂ ਗੁਰੂ ਸਾਹਿਬਾਨਾਂ ਨੂੰ ਗੁਰੂ ਸ਼ਬਦ ਨਾਲ ਸੰਬੋਧਨ ਕਰਦੇ ਆ, ਕਿਸੇ ਨੂੰ ਸੰਤ, ਬ੍ਰਹਮ ਗਿਆਨੀ, ਗੁਰਮੁਖ, ਗੁਰਸਿੱਖ ਇਹ ਸ਼ਬਦਾਂ ਨਾਲ ਸੰਬੋਧਨ ਕੀਤਾ ਜਾਂਦਾ ਹੈ। ਪਰ ਇਹਨਾਂ ਸ਼ਬਦਾਂ ਦੇ ਪਿੱਛੇ ਬੜੀ ਵੱਡੀ ਪਰਿਭਾਸ਼ਾ ਛੁਪੀ ਪਈ ਹੈ। ਇਹ ਸ਼ਬਦ ਕਹਿ ਲੈਣੇ ਤਾਂ ਸੌਖੇ ਹੈ, ਪਰ ਜਿੰਨਾ ਚਿਰ ਇਹਦੇ ਅਰਥ ਦੇ ਭਾਵ ਵਿੱਚ ਨਹੀਂ ਆਪ ਬਾਣੀ ਸੰਗਤ ਜੀ ਪੜ੍ਹਦੇ ਆ। ਮਾਈਆਂ ਬੀਬੀਆਂ ਆਮ ਹੀ ਗੁਰੂ ਘਰ ਦੇ ਵਿੱਚ ਐਤਵਾਰ ਦੇ ਦਿਨ ਸੁਖਮਨੀ ਸਾਹਿਬ ਜੀ ਦਾ ਪਾਠ ਰਲ ਮਿਲ ਕੇ ਕਰਦੇ ਨੇ ਸਾਰੇ। ਤੇ ਉਸ ਪਵਿੱਤਰ ਬਾਣੀ ਦੇ ਵਿੱਚ ਪੁੱਛੋ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੂੰ, ਮਹਾਰਾਜ ਤੁਸੀਂ ਦੱਸੋ ਗੁਰੂ ਸਾਹਿਬ ਜੀ ਦੀ ਕੀ ਪਰਿਭਾਸ਼ਾ ਹੈ? ਤਾਂ ਮਹਾਰਾਜ ਕਹਿੰਦੇ, ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਮ, ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰਿ ਗੁਣ ਗਾਓ। ਤੇ ਕੌਣ ਹੈ ਸਤਿਗੁਰੂ? ਜਿਸ ਨੇ ਸਤਿਪੁਰਖ ਨੂੰ ਜਾਣ ਲਿਆ ਹੈ। ਸਤਿਪੁਰਖ ਕੌਣ ਹੈ? ਪਰਮੇਸ਼ਰ। ਤੇ ਜਿਹਨੇ ਜਾਣ ਲਿਆ, ਜਾਣਨ ਤੋਂ ਭਾਵ ਕੱਲਾ ਇਹ ਨਹੀਂ ਵੀ ਦੂਰੋਂ ਕਿਤੇ ਦੇਖ ਲਿਆ, ਸਿਆਣ ਲਿਆ, ਨਹੀਂ, ਜਾਣਨ ਤੋਂ ਭਾਵ ਹੈ ਕਿ ਉਹਦੇ ਵਿੱਚ ਹੀ ਜਿਹੜਾ ਅਭੇਦ ਹੋ ਗਿਆ ਹੈ। ਤੇ ਉਹਦੇ ਫਿਰ ਨਾਲ ਜਿਹੜਾ ਸਿੱਖ ਮਿਲਿਆ, ਉਹ ਸਿੱਖ ਦਾ ਵੀ ਕਲਿਆਣ, ਸਿੱਖ ਦਾ ਵੀ ਭਲਾ ਹੋ ਗਿਆ ਹੈ। ਇੱਕ ਥਾਂ ਤੇ ਹੋਰ ਪੁੱਛੀਏ ਗੁਰਬਾਣੀ ਦੇ ਅੰਦਰ ਮਹਾਰਾਜ ਜੀ ਨੂੰ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਦੀ ਪਰਿਭਾਸ਼ਾ, ਤਾਂ ਮਹਾਰਾਜ ਕਹਿੰਦੇ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ, ਮਨ ਕੀ ਦੁਬਿਧਾ ਬਿਨਸ ਜਾਏ, ਹਰ ਪਰਮ ਪਦ ਲਈਏ। ਤਿੰਨ ਚੀਜ਼ਾਂ ਜਿੱਥੇ ਘਟਣ, ਇੱਕ ਤੇ ਤੀਜਾ ਪਰਮ ਪਦਵੀ, ਕੈਵਲ ਮੋਖ, ਜੀਵਨ ਮੁਕਤੀ, ਇਹ ਪ੍ਰਾਪਤ ਹੋ ਜਾਵੇ, ਉਹਨੂੰ ਸਤਿਗੁਰੂ ਕਹਿੰਦੇ ਆ। ਇਹ ਸਤਿਗੁਰੂ ਦੀ ਪਰਿਭਾਸ਼ਾ ਕੀਤੀ ਹੈ। ਹੋਰ ਗੁਰਬਾਣੀ 'ਚ ਸੰਗਤ ਜੀ ਖੋਜ ਕਰਾਂਗੇ ਤਾਂ ਬੇਅੰਤ ਸਾਨੂੰ ਸ਼ਬਦ ਮਿਲਣਗੇ। ਜਿਵੇਂ ਇੱਕ ਸ਼ਬਦ ਪੜ੍ਹਦੇ ਆਮ ਆਪ ਸੰਗਤ ਸੁਣਦੇ ਆ, ਸਤਿਗੁਰ ਮੇਰਾ ਬੇਮੁਹਤਾਜ, ਸਤਿਗੁਰ ਮੇਰੇ ਸੱਚਾ ਸਾਜ। ਇਹਦੇ ਵਿੱਚ ਗੁਰੂ ਦੀ ਵਿਆਖਿਆ ਵੀ ਕੀਤੀ ਹੈ, ਗੁਰੂ ਦੀ ਪਰਿਭਾਸ਼ਾ ਵੀ ਦੱਸੀ ਹੈ, ਗੁਰੂ ਦੀ ਵਡਿਆਈ ਵੀ ਕੀਤੀ ਹੋਈ ਹੈ ਕਿ ਗੁਰੂ ਮੇਰਾ ਕੈਸਾ ਹੈ। ਫਿਰ ਦੱਸਿਆ ਹੈ, ਸਤਿਗੁਰ ਮੇਰਾ ਸਬਸ ਕਾ ਦਾਤਾ, ਸਤਿਗੁਰ ਮੇਰਾ ਪੁਰਖ ਵਿਦਾਤਾ। ਪੁਰਖ ਵਿਦਾਤਾ ਕੌਣ ਹੈ? ਪਰਮੇਸ਼ਰ। ਗੁਰ ਪਰਮੇਸ਼ਰ ਏਕ ਹੈ, ਇਹ ਦੱਸਿਆ ਬਾਣੀ ਦੇ ਅੰਦਰ। ਜੇ ਗੁਰੂ ਨੂੰ ਆਪਾਂ ਸਾਧ ਸੰਗਤ ਜੀ ਕੇਵਲ ਇੱਕ ਅਧਿਆਪਕ ਦੀ ਨਿਗਾਹ ਨਾਲ ਦੇਖਾਂਗੇ, ਫਿਰ ਆਪਾਂ ਕੋਈ ਫਲ ਨਹੀਂ ਪ੍ਰਾਪਤ ਕਰਾਂਗੇ। ਇੱਕ ਬਾਣੀ ਦੀ ਆਪਾਂ ਤੁਕ ਪੜ੍ਹਦੇ ਆਂ ਕਿ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ, ਜਿਹਾ ਸਤਿਗੁਰ ਨੂੰ ਕੋ ਇੱਛਦਾ, ਤੇਹਾ ਫਲ ਪਾਏ ਕੋਏ। ਸਤਿਗੁਰੂ ਨੂੰ ਜਿਹੜਾ ਕੋਈ ਜਿੱਦਾਂ ਦੀ ਭਾਵਨਾ ਦੇ ਨਾਲ ਸੇਵਦਾ ਹੈ, ਪੂਜਦਾ ਹੈ, ਉਹ ਗੁਰੂ ਦੇ ਪਾਸੋਂ ਉਹੋ ਜਿਹਾ ਹੀ ਸਾਧ ਸੰਗਤ ਜੀ ਫਲ ਪਾ ਲੈਂਦਾ ਹੈ। ਗੁਰੂ ਐਸਾ ਸਾਡਾ ਵਡਿਆਈਆਂ ਦਾ ਮਾਲਕ ਹੈ। तो महाराज जी दसदे है कि भाई सतगुर मेरा सबस का दाता, सतगुर मेरा पुरख विदाता। गल ये है कि सिख गुरु नूं पूज किहड़ी भावना ना रहा, केवल कला ग्रंथ समझ करके कि जा परमेश्वर समझ करके पूज रहा है। जे तां परमेश्वर समझ के पूजे तां फिर तां उहदी संगत दी पूजा सफली है, और जिहड़ा जिद्दां पूजदा है गुरु उहनूं उसे तरह ही बना दिंदा। जिन्ने साधु संत महापुरुष आपां देखदे आ, अज जिथे गुरु साहिबां दा संगत जी सत्कार हुंदा, उन्ना ही बाबा बुढ़ा साहिब जी दा सत्कार लोकी करदे, आपां करदे आ ना। ते बाबा बुढ़ा साहिब जी ने गुरु नानक साहिब तो लैके 6वें पातशाह जी तक सारे गुरुआं नूं परमेश्वर रूप करके पूजिया है। ते जिन्हां ने परमेश्वर रूप करके पूजिया ते गुरु ने उहनूं परमेश्वर वांग ही उहदी पूजा करवा दित्ती। बाबा बुढ़ा साहिब जी चलो गुरु साहिबां दे वेले, हुण दे समय च देख लीए संत बाबा अतर सिंह जी मस्तूवाणी वाले महापुरुष, बाबा आनंद सिंह जी महापुरख, बाबा सुंदर सिंह जी भिंडरां वाले, बाबा मगर सिंह जी रामगढ़ वाले, किन्ने ऐसे महापुरुषां दे नाम लईए उन्हां ने गुरु नूं परमेश्वर रूप करके पूजिया। ते अज दुनिया उन्हां दा सत्कार पूजदी है, उन्हां दीयां बरसियां, उन्हां दे जन्म दिहाड़े मनाए जांदे ने। तो इस करके भाई गुरु नूं परमेश्वर रूप करके जानना। मारे कहंदे गुर जैसा
ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ। ਭਾਈ ਗੁਰੂ ਦੇ ਵਰਗਾ ਕੋਈ ਦੇਵਤਾ ਨਹੀਂ ਹੈ। ਇਸੇ ਸ਼ਬਦ ਦੇ ਫਿਰ ਅਖੀਰ ਤੇ ਜਾ ਕੇ ਮਹਾਰਾਜ ਕਹਿੰਦੇ ਨਾਨਕ ਸੋਧੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ। ਮਹਾਰਾਜ ਕਹਿੰਦੇ ਸਾਰੀਆਂ ਸਿਮਰਤੀਆਂ ਜਿੰਨੇ ਵੀ ਸ਼ਾਸਤਰ ਹੈ ਉਹਨਾਂ ਦਾ ਤੱਤ ਨਿਚੋੜ ਕੱਢ ਕੇ ਇਹੀ ਸਿੱਟਾ ਨਿਕਲਦਾ ਗੁਰੂ ਅਤੇ ਪਰਮੇਸ਼ਰ ਦੇ ਵਿੱਚ ਭਾਈ ਕੋਈ ਭੇਦ ਭਿੰਨਤਾ ਨਹੀਂ। ਬਸ ਇੰਨਾ ਫਰਕ ਕਹਿ ਲਓ ਕਿ ਪਰਮੇਸ਼ਰ ਨਿਰਾਕਾਰ ਸਰੂਪ ਹੈ, ਗੁਰੂ ਸਰਗੁਣ ਸਰੂਪ ਹੈ। ਸਾਡੇ ਪਾਪੀ ਬੰਦਿਆਂ ਦਾ ਉਧਾਰ ਕਰਨੇ ਵਾਸਤੇ ਜਿਹੜੇ ਕਿ ਜੰਮਣ ਮਰਨ ਦੇ ਚੱਕਰ ਦੇ ਵਿੱਚ ਹੈ, ਦੁੱਖਾਂ ਤਕਲੀਫਾਂ ਦੇ ਨਾਲ ਆਪਾਂ ਦੱਬੇ ਕੁਚਲੇ ਪਏ ਹਾਂ, ਤੇ ਸਾਡਾ ਉਧਾਰ ਸਾਡਾ ਭਲਾ ਕਰਨ ਵਾਸਤੇ ਉਸ ਨਿਰੰਕਾਰ ਨੇ ਤਰਸ ਕੀਤਾ ਤੇ ਆਪਣਾ ਸਰਗੁਣ ਸਰੂਪ ਪ੍ਰਗਟ ਕਰ ਦਿੱਤਾ, ਗੁਰੂ ਰੂਪ ਦੇ ਵਿੱਚ ਆ ਗਏ। ਤੇ ਗੁਰੂ ਗ੍ਰੰਥ ਸਾਹਿਬ ਜੀ ਉਸੇ ਸਰੂਪ ਦੇ ਵਿੱਚ ਹਨ। ਤੋ ਇਸ ਕਰਕੇ ਸੰਗਤ ਜੀ ਜੇ ਗੁਰੂ ਦੀ ਪਰਿਭਾਸ਼ਾ ਸਮਝਣੀ, ਇਸ ਸੁਰਤੀਆਂ ਸਿਮਰਤੀਆਂ ਵਿੱਚ ਐਸਾ ਲਿਖਿਆ ਹੋਇਆ ਗੁਰੂਰ ਬ੍ਰਹਮਾ ਗੁਰੂਰ ਵਿਸ਼ਨੂੰ ਗੁਰੂਰ ਗੁਰਦੇਵੋ ਮਹੇਸ਼ਵਰਾ ਪਾਰ ਗੁਰੂ ਪਾਰ ਬ੍ਰਹਮ ਗੁਰੂ ਸਾਖਸ਼ਾਤ ਪਾਰ ਬ੍ਰਹਮ ਤਸਮਈ ਸ੍ਰੀ ਗੁਰੂ ਵੇ ਨਮః। ਕਹਿੰਦੇ ਗੁਰੂ ਹੀ ਬ੍ਰਹਮਾ, ਗੁਰੂ ਹੀ ਸ਼ਿਵ ਜੀ ਤੇ ਗੁਰੂ ਹੀ ਵਿਸ਼ਨੂੰ ਦੇ ਵਾਂਗ ਹੈ। ਗੁਰੂ ਕੀ ਹੈ? ਗੁਰੂ ਪਾਰ ਬ੍ਰਹਮ ਪਰਮੇਸ਼ਰ ਹੈ ਸਾਖਸ਼ਾਤ। ਇਸ ਕਰਕੇ ਮੈਂ ਕਹਿੰਦੇ ਗੁਰੂ ਕੋਈ ਸਾਡੇ ਵਰਗਾ ਆਮ ਇਨਸਾਨ ਨਹੀਂ ਹੈ। ਹਾਂ, ਸਾਡੇ ਭਲਾ ਕਰਨ ਵਾਸਤੇ ਉਹਨਾਂ ਨੇ ਸਾਡੇ ਵਰਗੀ ਇੱਕ ਕਾਇਆ ਦੇਹੀ ਧਾਰਨ ਜ਼ਰੂਰ ਕੀਤੀ ਹੋਈ ਹੈ। ਇਹ ਸਾਡੇ ਤੇ ਗੁਰੂ ਨੇ ਕਹਿ ਲੋ ਮਿਹਰ ਦੀ ਦ੍ਰਿਸ਼ਟੀ ਕੀਤੀ ਹੈ, ਕਿਉਂਕਿ ਉੱਦਾਂ ਸਾਨੂੰ ਸਮਝ ਕੋਈ ਨਹੀਂ ਪੈਣੀ ਸੀ। ਆਪਾਂ ਇਨਸਾਨ ਆ ਤੇ ਇਨਸਾਨੀ ਬੋਲੀ ਵਿੱਚ ਹੀ ਸਾਨੂੰ ਸਮਝ ਪੈਣੀ ਸੀ ਨਾ। ਇਸ ਕਰਕੇ ਸਾਡੀ ਬੋਲੀ ਵਿੱਚ ਸਾਨੂੰ ਸਮਝਾਉਣ ਵਾਸਤੇ ਗੁਰੂ ਨੇ ਐਸੇ ਕੌਤਕ ਕੀਤੇ ਨੇ। ਬਾਕੀ ਭਾਈ ਗੁਰੂ ਜੰਮਣ ਮਰਨ ਦੇ ਵਿੱਚ ਨਹੀਂ ਆਉਂਦਾ ਹੈ। ਤੋ ਇਸ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਹਿਲਾਂ ਦਾ ਪਰਮੇਸ਼ਰ ਭਾਵਨਾ ਰੱਖਣੀ ਕਿ ਸਾਡੇ ਗੁਰੂ ਸਾਹਿਬਾਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਦਸਮ ਪਾਤਸ਼ਾਹ ਜੀ ਤੱਕ ਪਰਮੇਸ਼ਰ ਸਰੂਪ ਹੋਏ ਨੇ। ਇਤਿਹਾਸ ਦੇ ਵਿੱਚ ਪਹਿਲੇ ਪਾਤਸ਼ਾਹ ਦਸਮ ਪਾਤਸ਼ਾਹ ਜੀ ਦੀਆਂ ਕੁਝ ਸਾਖੀਆਂ ਆਪੋ ਵਿੱਚ ਹੀ ਬੜੀਆਂ ਮੇਲ ਖਾਂਦੀਆਂ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇੱਕ ਸਿੱਖ ਦੇ ਕੋਲੇ ਗਏ, ਦਰਸ਼ਨ ਦਿੱਤੇ, ਨਿਹਾਲ ਹੋਇਆ। ਕਹਿੰਦਾ ਮਹਾਰਾਜ ਮੇਰਾ ਇੱਕ ਸਵਾਲ ਹੈ। ਮਹਾਰਾਜ ਕਹਿੰਦੇ ਪੁੱਛੋ। ਕਹਿੰਦਾ ਮਹਾਰਾਜ ਤੁਹਾਨੂੰ ਨਾਨਕ ਨਿਰੰਕਾਰੀ ਸਾਰੇ ਆਖਦੇ ਆ, ਤੇ ਨਿਰੰਕਾਰ ਦਾ ਮਤਲਬ ਹੈ ਜਿਹਦਾ ਆਕਾਰ ਕੋਈ ਨਹੀਂ, ਤੁਹਾਡਾ ਤਾਂ ਆਕਾਰ ਦਿਸਦਾ ਪਿਆ ਹੈ, ਇਹਦਾ ਮੈਨੂੰ ਉੱਤਰ ਦਿਓ, ਇਹ ਕੀ ਭੇਦ ਹੈ? ਮਹਾਰਾਜ ਕਹਿੰਦੇ ਕੋਈ ਨਹੀਂ ਸਿੱਖਾ ਦੱਸ ਦਿੰਦੇ ਆ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਚਿਰ ਹੋਰ ਪਾਸੇ ਪਰਚ ਗਏ। ਕਰਦਿਆਂ ਕਰਾਉਂਦਿਆਂ ਗੁਰੂ ਸਾਹਿਬ ਜੀ ਉੱਥੋਂ ਸੰਗਤ ਜੀ ਉੱਠ ਕੇ ਤੁਰ ਪਏ। ਸਿੱਖ ਵੀ ਮਗਰੇ ਮਗਰੇ ਤੁਰ ਪਿਆ। ਥੋੜਾ ਦੂਰ ਆਏ ਤੇ ਮਹਾਰਾਜ ਕਹਿੰਦੇ ਸਿੱਖਾ ਸਾਡਾ ਹਜੂਰੀਆ ਸਾਡਾ ਪਰਨਾ ਤੇਰੇ ਘਰ ਦੇ ਵਿੱਚ ਰਹਿ ਗਿਆ, ਜਿੱਥੇ ਅਸੀਂ ਬੈਠੇ ਸਾਂ, ਜਾ ਲੈ ਕੇ ਆ ਭੱਜ ਕੇ। ਉਹ ਭੱਜ ਕੇ ਲੈਣ ਗਿਆ। ਜਦੋਂ ਲੈ ਕੇ ਆਇਆ ਤੇ ਮਹਾਰਾਜ ਜੀ ਨੇ ਉਹਨੇ ਚਿਰ ਨੂੰ ਆਪਣੇ ਦੋਨੇ ਹੱਥ ਵਿਅਸਤ ਕਰ ਲਏ। ਭਾਈ ਮਰਦਾਨਾ ਜੀ ਦੇ ਪਾਸੋਂ ਰਬਾਬ ਫੜ ਕੇ ਜਾਂ ਉਹਨੂੰ ਛੇੜਨ ਲੱਗ ਪਏ। ਉਹ ਲਿਆ ਕੇ ਕਹਿੰਦਾ ਮਹਾਰਾਜ ਜੀ ਆਪ ਜੀ ਦਾ ਇਹ ਪਰਨਾ ਹਜੂਰੀਆ ਆ ਗਿਆ। ਮਹਾਰਾਜ ਕਹਿੰਦੇ ਸਾਡੇ ਲੱਕ ਤੇ ਕਮਰ ਕੱਸਾ ਕਰ ਦੇ। ਉਹਨੇ ਬਲੇਡ ਕੇ ਜਦੋਂ ਕਮਰ ਕੱਸਾ ਕਰਨ ਲੱਗਾ ਤੇ ਉਹ ਵਿੱਚ ਹੀ ਗੰਢ ਪੀਚੀ ਜਾਵੇ। ਬੜਾ ਹੈਰਾਨ ਹੋਇਆ। ਕਹਿੰਦਾ ਮਹਾਰਾਜ ਤੁਹਾਡਾ ਸਰੀਰ ਦ੍ਰਿਸ਼ਟੀ ਵਿੱਚ ਆ ਰਿਹਾ ਹੈ ਪਰ ਪਕੜ ਵਿੱਚ ਕਿਉਂ ਨਹੀਂ ਆ ਰਿਹਾ? ਮਹਾਰਾਜ ਕਹਿੰਦੇ ਸਿੱਖਾ ਇਹ ਤੇਰੇ ਸਵਾਲ ਦਾ ਉੱਤਰ ਹੈ। ਮਹਾਰਾਜ ਜੀ ਮੈਂ ਸਮਝਿਆ ਕੁਝ ਨਹੀਂ। ਸਤਿਗੁਰੂ ਜੀ ਕਹਿੰਦੇ ਗੁਰੂ ਤਾਂ ਭਾਈ ਨਿਰੰਕਾਰ ਹੀ ਹੈ ਸਦਾ। ਇਹ ਤਾਂ ਤੁਹਾਡੀ ਸਿੱਖਾਂ ਦੀ ਕਲਿਆਣ ਕਰਨੇ ਵਾਸਤੇ ਇੱਕ ਐਸਾ ਰੂਪ ਅਸੀਂ ਧਾਰਨ ਕੀਤਾ ਹੋਇਆ ਜਿਹੜਾ ਤੁਹਾਨੂੰ ਦ੍ਰਿਸ਼ਟੀ ਵਿੱਚ ਆਉਂਦਾ ਹੈ। ਸੁਣ ਕੇ ਨਿਹਾਲ ਹੋਇਆ। ਇਸੇ ਜਦੋਂ ਚਰਨਾਂ ਨੂੰ ਫੜਨ ਲੱਗੇ ਤੇ ਚਰਨ ਜਿਹੜੇ ਹੱਥ ਸਨ ਉਹ ਚਰਨਾਂ ਤੋਂ ਸਿੱਧੇ ਧਰਤੀ ਤੇ ਜਾ ਲੱਗੇ। ਕਹਿੰਦੇ ਮਹਾਰਾਜ ਤੁਹਾਡੇ ਚਰਨ ਦਿਸ ਰਹੇ ਨੇ ਪਰ ਪਕੜ ਵਿੱਚ ਨਹੀਂ ਆ ਰਹੇ। ਮਹਾਰਾਜ ਜੀ ਕਹਿੰਦੇ ਭਾਈ ਦਇਆ ਸਿੰਘ ਇਹੀ ਤਾਂ ਸਾਡਾ ਵਾਸਤਵ ਸਰੂਪ ਹੈ ਜਿਹੜਾ ਕਿਸੇ ਪਕੜ ਵਿੱਚ ਨਹੀਂ ਆਉਂਦਾ ਹੈ। ਤੇ ਮਹਾਰਾਜ ਜਿਹੜਾ ਪਹਿਲਾਂ ਸਾਨੂੰ ਦਿਸਦਾ ਪਿਆ ਸੀ ਪਹਿਲਾਂ ਪਕੜ ਸੀ, ਮਹਾਰਾਜ ਕਹਿੰਦੇ ਉਹ ਤਾਂ ਤੁਹਾਡੀ ਭਾਵਨਾ ਪੂਰੀ ਕਰਨ ਵਾਸਤੇ ਤੇ ਤੁਹਾਨੂੰ ਉਪਦੇਸ਼ ਦੇਣ ਵਾਸਤੇ ਆ ਅਸੀਂ ਇੱਕ ਕੌਤਕ ਨਿਮਿਤ ਸਰੀਰ ਧਾਰਿਆ ਹੋਇਆ ਸੀ। ਤੋ ਇਸ ਕਰਕੇ ਸੰਗਤ ਜੀ ਆਦ ਤੇ ਅੰਤ ਵਿੱਚ ਮਹਾਰਾਜ ਨੇ ਇਹ ਕੌਤਕ ਕਰਕੇ ਦੱਸਿਆ। ਤੇ ਕਹਿ ਲੋ ਵਿੱਚ ਜਿਹੜੇ ਬਾਕੀ ਗੁਰੂ ਸਾਹਿਬਾਨ ਹੋਏ ਐ ਉਹ ਵੀ ਸਾਰੇ ਇਸੇ ਤਰ੍ਹਾਂ ਸਨ। ਇਸ ਕਰਕੇ ਗੁਰੂ ਦੇ ਉੱਤੇ ਮਨੁੱਖ ਦੀ ਭਾਵਨਾ ਨਹੀਂ, ਸਿੱਖ ਨੇ ਪਰਮੇਸ਼ਰ ਦੀ ਭਾਵਨਾ ਕਰਕੇ ਗੁਰੂ ਨੂੰ ਪੂਜਣਾ ਹੈ। ਫੇਰ ਹੀ ਤਾਂ ਸਾਡੇ ਘਰ ਵਿੱਚ ਸੰਗਤ ਜੀ ਬਰਕਤਾਂ ਆਉਂਦੀਆਂ ਐ ਨਾ, ਜੇ ਗੁਰੂ ਨੂੰ ਪਰਮੇਸ਼ਰ ਰੂਪ ਕਰਕੇ ਪੂਜੀਏ ਤਾਂ। ਤੋ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਉਹ ਪਰਮੇਸ਼ਰ ਨੇ, ਉਹ ਆਮ ਇਨਸਾਨ ਨਹੀਂ ਹਨ। ਬਾਣੀ ਦਾ ਪ੍ਰਮਾਣ ਆਪਾਂ ਲੈ ਲਈਏ ਤਾਂ ਬਾਣੀ ਦੇ ਵਿੱਚ ਭੱਟ ਸਾਹਿਬਾਨ ਕੀ ਕਹਿੰਦੇ ਹਨ? ਭੰਨ ਮਥਰਾ ਕਛ ਭੇਦ ਨਹੀਂ ਗੁਰ ਅਰਜੁਨ
ਪ੍ਰਤੱਖ ਹਰ। ਭੱਟ ਮਥੁਰਾ ਜੀ ਕਹਿੰਦੇ ਆ ਵੀ ਕੋਈ ਇਸ ਗੱਲ ਦੇ ਵਿੱਚ ਭੇਦ ਨਹੀਂ ਹੈ, ਗੁਰੂ ਅਰਜਨ ਦੇਵ ਜੀ ਪ੍ਰਤੱਖ ਰੱਬ ਹਨ, ਪਰਮੇਸ਼ਰ ਹਨ। ਜਿਨੇ ਪ੍ਰਤੱਖ ਰੱਬ ਦੇ ਦਰਸ਼ਨ ਕਰਨੇ ਹੈ ਉਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰ ਲਓ। ਤੋ ਐਸੇ ਸਾਡੇ ਗੁਰੂ ਸਾਹਿਬਾਨ ਸੰਗਤ ਜੀ, ਇਸ ਤਰ੍ਹਾਂ ਗੁਰੂ ਦੇ ਵਿੱਚ ਪਰਮੇਸ਼ਰ ਭਾਵਨਾ ਰੱਖਣੀ ਹੈ। ਤੋ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਬੇਅੰਤ ਵਡਿਆਈਆਂ ਦੇ ਮਾਲਕ, ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਬੀਬੀ ਭਾਨੀ ਜੀ ਦੀ ਕੁੱਖ ਨੂੰ ਭਾਗ ਲਾਉਂਦਿਆਂ ਹੋਇਆਂ ਸ੍ਰੀ ਗੋਇੰਦਵਾਲ ਸਾਹਿਬ ਜੀ ਦੀ ਪਵਿੱਤਰ ਧਰਤੀ ਦੇ ਉੱਤੇ ਵਿਸਾਖ ਵਦੀ ਸਪਤਮੀ ਨੂੰ 1620 ਬਿਕਰਮੀ ਸੰਮਤ ਦੇ ਵਿੱਚ ਮਹਾਰਾਜ ਜੀ ਅਵਤਾਰ ਧਾਰਨ ਕਰਦੇ ਹਨ। ਸ੍ਰੀ ਗੋਇੰਦਵਾਲ ਸਾਹਿਬ ਦੇ ਵਿੱਚ ਇਹ ਖਿਆਲ ਰਵੇ, ਭੱਟ ਸਾਹਿਬਾਨਾਂ ਨੇ ਇਹ ਵੀ ਬਚਨ ਕੀਤਾ ਕਿ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਇਹਦਾ ਤਾਤਪਰਯ ਇਹ ਵੀ ਹੈ ਕਿ ਜਿਹੜੇ ਬਾਕੀ ਦੇ ਗੁਰੂ ਸਾਹਿਬਾਨ ਹੈ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਮਹਾਰਾਜ ਤੇ ਸੋਢੀ ਸੁਲਤਾਨ, ਇਹ ਮਹਾਰਾਜ ਤਿੰਨੇ ਸਤਿਗੁਰੂ ਜੀ ਬਾਅਦ ਦੇ ਵਿੱਚ ਵੱਡੀ ਉਮਰੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਆਏ ਨੇ। ਪਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਪਹਿਲੇ ਗੁਰੂ ਸਾਹਿਬਾਨ ਹੈ ਜਿਨ੍ਹਾਂ ਦਾ ਅਵਤਰਨ ਹੀ ਗੁਰੂ ਦੇ ਘਰ ਦੇ ਵਿੱਚ ਹੋਇਆ ਹੈ, ਗੁਰਮਤਿ ਦੇ ਵਿੱਚ ਹੋਇਆ ਹੈ। ਤਾਂ ਕਰਕੇ ਕਿਹਾ ਤੈ ਜਨਮਤ ਗੁਰਮਤ, ਤੂੰ ਗੁਰੂ ਦੀ ਮੱਤ ਦੇ ਵਿੱਚ ਹੀ ਮਹਾਰਾਜ ਜਨਮ ਲਿਆ, ਪ੍ਰਗਟ ਹੋਏ ਹੋ ਤੇ ਬ੍ਰਹਮ ਪਛਾਣਿਓ। ਇਹ ਨਹੀਂ ਵੀ ਤੁਹਾਨੂੰ ਇੱਥੇ ਆ ਕੇ ਤੇ ਫਿਰ ਸਿੱਖਿਆ ਲੈਣੀ ਪਈ ਤਾਂ ਤੁਸੀਂ ਬ੍ਰਹਮ ਦੀ ਪਹਿਚਾਣ ਕੀਤੀ ਹੈ, ਨਹੀਂ, ਤੁਸੀਂ ਬ੍ਰਹਮ ਦੀ ਪਹਿਚਾਣ ਵਾਲੇ ਹੀ ਹੋ। ਤੁਸੀਂ ਆਦਿ ਤੋਂ ਜਿਹੜਾ ਹੈ ਹੀ ਰੱਬ ਹੈ, ਹੁਣ ਚਾਨਣ ਹੈ, ਉਹਨੂੰ ਥੋੜੀ ਦੀਵੇ ਦੀ ਲੋੜ ਹੈ। ਇਹ ਤਾਂ ਹਨੇਰੇ ਅੱਗੇ ਦੀਵਾ ਬਾਲਣਾ ਪੈਂਦਾ ਹੈ ਨਾ, ਚਾਨਣ ਅੱਗੇ ਕੀ ਆਪਾਂ ਚਾਨਣ ਕਰਾਂ, ਸੂਰਜ ਦੇ ਸਾਹਮਣੇ ਕੀ ਦੀਵਾ ਬਾਲੀਏ। ਇਸ ਕਰਕੇ ਪਰਮੇਸ਼ਰ ਨੂੰ, ਗੁਰੂ ਨੂੰ ਕੋਈ ਹੋਰ ਗਿਆਨ ਦੀ ਲੋੜ ਨਹੀਂ, ਗੁਰੂ ਤਾਂ ਆਪ ਹੀ ਗਿਆਨ ਸਰੂਪ ਹੈ। ਤੋ ਇਸ ਕਰਕੇ ਨੂਰਾਨੀ ਜਿਹੜਾ ਰੂਹਾਨੀ ਗਿਆਨ ਹੈ ਉਹ ਤਾਂ ਮਹਾਰਾਜ ਜਨਮ ਤੋਂ ਤੇ ਗੁਰਮਤ ਮਹਾਰਾਜ ਜੀ ਨੂੰ ਜਨਮ ਤੋਂ ਮਿਲੀ, ਕਿਉਂਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰੂ ਸਾਹਿਬ ਜੀ ਦੇ ਨਾਨੇ ਲੱਗਦੇ ਹਨ। ਗੁਰੂ ਅਮਰਦਾਸ ਮਹਾਰਾਜ ਜੀ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹੁੰਦਿਆਂ ਉਹਨਾਂ ਦੇ ਪਾਸ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਅਵਤਰਨ ਹੋਏ ਹੈ। ਮਹਾਰਾਜ ਜੀ ਦੇ ਪਹਿਲਾਂ ਵੀ ਸਾਧ ਸੰਗਤ ਜੀ ਦੋ ਸਾਹਿਬਜ਼ਾਦੇ ਹੋ ਚੁੱਕੇ ਹੈ। ਬਾਬਾ ਪ੍ਰਿਥੀ ਚੰਦ ਜੀ ਉਹਨਾਂ ਦਾ 1615 ਦੇ ਵਿੱਚ ਤੇ ਬਾਬਾ ਮਹਾਦੇਵ ਜੀ ਉਹਨਾਂ ਦਾ 1618 ਦੇ ਵਿੱਚ ਜਨਮ ਹੋਇਆ ਹੈ। ਤੇ ਤੀਜੇ ਛੋਟੇ ਸਪੁੱਤਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ 1620 ਦੇ ਵਿੱਚ ਅਵਤਾਰ ਹੁੰਦਾ ਹੈ। ਔਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪਣੇ ਨਾਨੇ ਸਤਿਗੁਰੂ ਮਹਾਰਾਜ ਜੀ ਦੀਆਂ ਬੜੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ। ਬੇਅੰਤ ਬਚਪਨ ਦੀਆਂ ਮਹਾਰਾਜ ਜੀ ਦੀਆਂ ਸਾਖੀਆਂ ਆਪ ਸੰਗਤ ਸੁਣਦੇ ਹੈ, ਕੁਝ ਕੁ ਸਾਖੀਆਂ ਆਪਾਂ ਸਾਂਝੀਆਂ ਕਰਾਂਗੇ। ਬਾਕੀ ਜਿਹੜਾ ਇਤਿਹਾਸ ਹੈ ਸ਼ਹੀਦੀ ਦਾ ਪ੍ਰਕਰਨ ਉਹ ਫਿਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਤੋ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜਦੋਂ ਬਚਪਨ ਦੀ ਅਵਸਥਾ ਹੈ, ਛੋਟੀ ਹੈ, ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਚੁਬਾਰਾ ਸਾਹਿਬ ਜਿੱਥੇ ਗੁਰਦੁਆਰਾ ਗੋਇੰਦਵਾਲ ਸਾਹਿਬ ਆਪ ਜਾਂਦੇ ਹੈ, ਉੱਥੇ ਸਤਿਗੁਰੂ ਮਹਾਰਾਜ ਜੀ ਆਪਣੇ ਕਮਰੇ ਦੇ ਵਿੱਚ ਸਮਾਧੀ ਲਾ ਕਰਕੇ ਬੈਠਦੇ ਹੈ। ਹੁਕਮ ਹੋਇਆ ਹੈ ਕਿ ਜਿੰਨਾ ਚਿਰ ਅਸੀਂ ਕਮਰੇ ਦੇ ਵਿੱਚ ਸਮਾਧੀ ਸਥਿਤ ਹੁੰਨੇ ਆ ਉਹਨਾਂ ਚਿਰ ਕੋਈ ਵੀ ਬਾਹਰੋਂ ਸਾਡੇ ਕਮਰੇ ਵਿੱਚ ਨਾ ਆਵੇ। ਸਾਰੀ ਸੰਗਤ ਇਸੇ ਤਰ੍ਹਾਂ ਪਾਲਣਾ ਕਰਦੀ ਹੈ। ਤੋ ਇੱਕ ਦਿਨ ਦੀ ਰਾਤ ਸੱਚੇ ਪਾਤਸ਼ਾਹ ਜੀ ਦੇ ਕਮਰੇ ਵੱਲ ਨੂੰ ਚਲੇ ਗਏ। ਜਦੋਂ ਅੰਦਰ ਵੜ ਗਏ ਤੇ ਬੀਬੀ ਭਾਨੀ ਜੀ ਨੇ ਦੇਖ ਲਿਆ ਇਹ ਕੰਮ ਛੱਡ ਕੇ ਦਵਾ ਦਵ ਮਗਰ ਆਏ ਨੇ। ਇੰਨੇ ਚਿਰ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਜਾ ਕੇ ਦੇਖਿਆ ਤੇ ਪਲੰਘਾ ਡੱਠਾ ਹੋਇਆ ਸੀ, ਉੱਤੇ ਗੁਰੂ ਅਮਰਦਾਸ ਮਹਾਰਾਜ ਜੀ ਚੌਂਕੜਾ ਲਾ ਕੇ ਘਾਰੀ ਸੀ ਬਚਪਨ ਦੇ ਵਿੱਚ। ਪਲੰਘਾ ਇੱਕਦਮ ਹਿੱਲ ਗਿਆ। ਪਲੰਘਾ ਹਿੱਲਿਆ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਨੇਤਰ ਖੁੱਲੇ ਐ ਤੇ ਨੇਤਰ ਖੋਲ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਕੌਣ ਪ੍ਰਗਟਿਓ ਪੁਰਖ ਅਵਤਾਰੀ ਜਿਨ ਮੰਜੀ ਹਿਲਾਈ ਸਾਰੀ। ਕਿਹੋ ਜਿਹਾ ਕਿਹੜਾ ਅਵਤਾਰੀ ਪੁਰਖ ਪ੍ਰਗਟ ਹੋ ਗਿਆ ਜਿਹਨੇ ਗੁਰੂ ਨਾਨਕ ਦੀ ਮੰਜੀ ਹਿਲਾ ਕੇ ਰੱਖ ਦਿੱਤੀ ਹੈ। ਇੰਨੇ ਚਿਰ ਨੂੰ ਬੀਬੀ ਭਾਨੀ ਜੀ ਆ ਕੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਆਪ ਜੀ ਦੇ ਦੋਤਰੇ ਨੇ। ਮਹਾਰਾਜ ਜੀ ਕਹਿੰਦੇ ਅੱਛਾ ਸਾਡੇ ਦੋਤਰੇ ਹੈ, ਦੋਹਿਤਾ ਬਾਣੀ ਕਾ ਬੋਹਿਤਾ, ਇਹ 2 ਵਾਰ ਦੇ ਦਿੱਤੇ। ਤੇ ਮਹਾਰਾਜ ਜੀ क्षमा ਕਰਿਓ ਮੈਂ ਕੰਮ ਚ ਰੁੱਝੀ ਸਾਂ, ਪਤਾ ਨਹੀਂ ਚੱਲਿਆ ਮੈਨੂੰ ਬੱਚਾ ਆ ਗਿਆ ਅੰਦਰ। ਮਹਾਰਾਜ ਕਹਿੰਦੇ ਕੋਈ ਨਹੀਂ, ਇਹਦਾ ਹੀ ਥਾਂ, ਇਹਨੇ ਆਉਣਾ ਹੀ ਆਉਣਾ, ਲਿਆ ਮੇਰੇ ਕੋਲੇ। ਕੋਲ ਨੂੰ ਕੀਤਾ ਤੇ ਗੁਰੂ ਸਾਹਿਬ ਜੀ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਗੋਦੀ ਚੱਕਣ ਲੱਗੇ। ਜਦੋਂ ਚੱਕਿਆ ਤੇ ਭਾਰ ਬੜਾ ਸੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਅੱਛਾ ਇਹ ਬੜਾ ਭਾਰੀ ਗੁਰੂ ਹੋਵੇਗਾ। ਹੁਣ ਬੱਚੇ ਨੂੰ ਤਾਂ ਚੁੱਕਿਆ ਬਾਹਾਂ ਤੋਂ ਤੇ ਮਹਾਰਾਜ ਜੀ ਹੁਣ ਆਪਣੇ ਜਿਵੇਂ ਬੱਚਾ ਕਰਦਾ ਸੰਗਤ ਜੀ ਆਪਣੇ ਪੈਰ ਹਿਲਾਉਂਦਾ ਹੈ ਤੇ ਜਿੱਥੇ ਮਹਾਰਾਜ ਜੀ ਬਿਰਾਜੇ ਪਏ ਸਨ ਗੁਰੂ ਅਮਰਦਾਸ ਜੀ ਉਧਰ ਨੂੰ ਪੈਰ ਵਧਾਉਣ ਤੇ ਗੁਰੂ ਅਮਰਦਾਸ ਮਹਾਰਾਜ ਜੀ ਹੱਸ ਕੇ ਕਹਿੰਦੇ ਐ ਬੜੀ ਕਾਹਲੀ ਹੈ ਤੈਨੂੰ, ਅਜੇ ਤਾਂ ਤੇਰੇ ਪਿਤਾ ਦੀ ਵਾਰੀ ਹੈ।
ਆਪਣੇ ਪਿਤਾ ਤੋਂ ਬਾਅਦ ਇੱਥੇ ਤੂੰ ਬੈਠੇਗਾ। ਸੁਣ ਕੇ ਬੀਬੀ ਭਾਨੀ ਜੀ ਅੰਦਰੋਂ ਅੰਦਰ ਪ੍ਰਸੰਨ ਹੋ ਗਏ ਕਿ ਜਿੱਥੇ ਸਾਧ ਸੰਗਤ ਜੀ ਕਹਿ ਲੋ ਕਿ ਕਿਸੇ ਔਰਤ ਨੂੰ ਇਹ ਪਤਾ ਚੱਲ ਜਾਵੇ ਕਿ ਤੇਰਾ ਪਤੀ ਜਿਹੜਾ ਉਹ ਵੀ ਦੁਨੀਆ ਦੇ ਵਿੱਚ ਮਹਾਨ ਬਣੇਗਾ ਔਰ ਤੇਰਾ ਪੁੱਤਰ ਵੀ ਦੁਨੀਆ 'ਚ ਮਹਾਨ ਹੋਵੇਗਾ, ਉਸ ਔਰਤ ਵਾਸਤੇ ਹੁਣ ਖੁਸ਼ੀ ਦਾ ਹੋਰ ਕੀ ਟਿਕਾਣਾ ਰਹਿ ਗਿਆ। ਤੋ ਬੀਬੀ ਭਾਨੀ ਤਾਂ ਪਹਿਲਾਂ ਹੀ ਕਹਿ ਲੋ ਬੜੇ ਭਾਗਾਂ ਵਾਲੇ ਨੇ, ਜਿਨ੍ਹਾਂ ਨੇ ਗੁਰੂ ਅਮਰ ਜੀ ਨੇ ਗੁਰੂ ਅਮਰਦਾਸ ਜੀ ਦੇ ਚਰਨਾਂ ਤੇ ਨਤਮਸਤਕ ਹੋਏ ਧੰਨਵਾਦ ਕੀਤਾ ਹੈ। ਲੈ ਕੇ ਬਾਹਰ ਆ ਗਏ। ਸਮਾਂ ਸੰਗਤ ਜੀ ਆਪਣੀ ਚਾਲੇ ਚੱਲਦਾ ਗਿਆ। ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਸਰੀਰ ਕਰਕੇ ਵੱਡੇ ਹੁੰਦੇ ਜਾ ਰਹੇ ਨੇ, ਉੱਥੇ ਜਿਹੜੇ ਇਹਨਾਂ ਦੇ ਅੰਦਰ ਗੁਣ ਹੈ, ਰੱਬੀ ਗੁਣ ਹੈ, ਉਹ ਵੀ ਨਾਲ ਨਾਲ ਹੋਰ ਵੱਡੇ ਹੁੰਦੇ ਜਾ ਰਹੇ ਨੇ। ਇੱਥੇ ਗੋਇੰਦਵਾਲ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਵਿੱਚ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਜੋਤੀ ਜੋਤ ਸਮਾ ਜਾਂਦੇ ਨੇ। ਉਹਨਾਂ ਚਿਰ ਤੱਕ ਸਾਰਾ ਪਰਿਵਾਰ ਗੋਇੰਦਵਾਲ ਸਾਹਿਬ ਹੀ ਸੀ। ਇੱਥੇ ਜਿੱਥੇ ਗੁਰੂ ਰਾਮਦਾਸ ਸੋਢੀ ਸੁਲਤਾਨ ਆਪ ਆਪਣੇ ਹੱਥੀਂ ਸੇਵਾ ਕਰਦੇ ਟੋਕਰੀ ਢੋਂਦੇ ਨੇ, ਨਾਲ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਜੀ ਵੀ ਜਾ ਕੇ ਟੋਕਰੀ ਢੋਂਦੇ ਐ, ਝੂਠੇ ਭਾਂਡੇ ਮਾਂਜਿਆ ਕਰਦੇ ਐ, ਕੀਰਤਨ ਜਾ ਕੇ ਸੁਣਿਆ ਕਰਦੇ ਨੇ, ਕੀਰਤਨ ਕਰਿਆ ਵੀ ਕਰਦੇ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲੇ। ਤੋ ਇੰਨੀਆਂ ਉੱਥੇ ਸਾਧ ਸੰਗਤ ਜੀ ਖੁਸ਼ੀਆਂ ਮਹਾਰਾਜ ਜੀ ਨੇ ਮਾਣੀਆਂ। ਸਮਾਂ ਹੋਇਆ ਭਾਦਰੋਂ ਦਾ ਮਹੀਨਾ 1631 ਦਾ ਸਮਾਂ ਆਇਆ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਦੇ ਕਰਕੇ ਆਪ ਜੋਤੀ ਜੋਤ ਸਮਾ ਗਏ ਸਨ। ਤੇ ਫਿਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਗੁਰੂ ਜੀ ਦੇ ਬਚਨਾਂ ਦੇ ਅਨੁਸਾਰ ਹੀ ਗੋਇੰਦਵਾਲ ਸਾਹਿਬ ਨੂੰ ਛੱਡ ਕੇ ਤੇ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਨਵਾਂ ਨਗਰ ਵਸਾਇਆ ਸੀ, ਇਸ ਨਗਰ ਵਿੱਚ ਆ ਕੇ ਮਹਾਰਾਜ ਜੀ ਆਬਾਦ ਹੋਏ। ਸਾਰਾ ਪਰਿਵਾਰ ਇੱਥੇ ਆ ਕੇ ਰਹਿਣ ਲੱਗਾ। ਇੱਥੇ ਫਿਰ ਸੋਢੀ ਸੁਲਤਾਨ ਮਹਾਰਾਜ ਜੀ ਸਰੋਵਰ ਦੀ ਖੁਦਾਈ ਕਰਾਇਆ ਕਰਦੇ, ਸੇਵਾ ਕਰਵਾਇਆ ਕਰਦੇ ਸਨ। ਸਾਰਾ ਪਰਿਵਾਰ ਉਸੇ ਤਰ੍ਹਾਂ ਇੱਥੇ ਬੀਬੀ ਭਾਨੀ ਜੀ ਵੀ ਨਾਲ ਹੈ, ਪ੍ਰਿਥੀ ਚੰਦ ਵੱਡਾ ਪੁੱਤਰ ਹੈ, ਮਹਾਦੇਵ ਹੈ, ਉਹ ਜ਼ਿਆਦਾਤਰ ਦੀਵਾਨੇ ਮਸਤਾਨੀ ਰਹਿੰਦੇ ਹੈ। ਤੇ ਗੁਰੂ ਅਰਜਨ ਦੇਵ ਜੀ ਜਿਹੜੇ ਸ਼ੁਰੂ ਤੋਂ ਹੀ ਬੜੇ ਸ਼ਾਂਤ ਤੇ ਬੜੇ ਵਿਰਾਗ ਦੇ ਵਿੱਚ ਹੀ ਸੰਗਤ ਜੀ ਰਹਿੰਦੇ ਨੇ। ਹਰ ਉਹਨਾਂ ਨੇ ਆਪਣੇ ਪਿਤਾ ਗੁਰੂ ਰਾਮਦਾਸ ਮਹਾਰਾਜ ਨੂੰ ਕੱਲਾ ਪਿਤਾ ਰੂਪ ਕਰਕੇ ਨਹੀਂ, ਪਰਮੇਸ਼ਰ ਰੂਪ ਕਰਕੇ ਮਹਾਰਾਜ ਜੀ ਦੀ ਉਹਨਾਂ ਨੇ ਸੇਵਾ ਕੀਤੀ। ਇਹ ਜੀਆਂ ਬੜੀਆਂ ਸਾਨੂੰ ਉਦਾਹਰਨਾਂ ਮਿਲਦੀਆਂ ਨੇ। ਸਭ ਤੋਂ ਵੱਡੀ ਉਦਾਹਰਨ ਮਿਲੀ ਉਸ ਸਮੇਂ ਜਦੋਂ ਕਿ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਭਰਾਤਾ ਜੀ ਸਹਾਰੀ ਮੱਲ ਜੀ ਆਏ ਲਾਹੌਰ ਤੋਂ। ਚਾਚੇ ਦੇ ਪੁੱਤਰ ਸਨ, ਸਕੇ ਨਹੀਂ ਸਨ, ਤਾਏ ਦੇ ਪੁੱਤਰ ਸਨ ਸੱਚ। ਤੋ ਉਹਨਾਂ ਨੇ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਆਪ ਜੀਆਂ ਦੇ ਭਤੀਜੇ ਦਾ ਆਨੰਦ ਕਾਰਜ ਵਿਆਹ ਹੈ, ਆਪ ਕਿਰਪਾ ਕਰੋ ਤੇ ਉੱਥੇ ਦਰਸ਼ਨ ਦਿਓ। ਤਾਂ ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ ਕਿ ਭਰਾਤਾ ਜੀ ਦੇਖੋ ਕਈ ਕਾਰਨ ਹੈ, ਸਾਡੇ ਉੱਥੇ ਅਸੀਂ ਆ ਨਹੀਂ ਸਕਦੇ ਹਾਂ। ਇੱਕ ਤਾਂ ਕਾਰਨ ਇਹ ਹੈ ਕਿ ਇੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਾਨੂੰ ਗੱਦੀ ਪ੍ਰਾਪਤ ਹੋਈ ਹੈ, ਜਿਹਦੇ ਕਰਕੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਜਿੰਨੇ ਵੀ ਸਿੱਖ ਸਨ ਉਹ ਸਾਡੇ ਦਰਸ਼ਨਾਂ ਵਾਸਤੇ ਇੱਥੇ ਆਉਂਦੇ ਹੈ। ਤੇ ਜੇ ਅਸੀਂ ਇੱਥੇ ਉਹਨਾਂ ਨੂੰ ਨਾ ਮਿਲੇ ਤੇ ਉਹ ਉਹਨਾਂ ਦਾ ਸਿੱਖਾਂ ਦਾ ਅਪਮਾਨ ਹੋਏਗਾ ਭਾਈ। ਤੇ ਦੂਜਾ ਸਾਡੇ ਨਾਲ ਸੰਗਤ ਬਹੁਤ ਚਲੀ ਜਾਵੇਗੀ, ਜਿਹਦੇ ਕਰਕੇ ਸਾਰੀ ਸੰਗਤ ਦਾ ਪ੍ਰਬੰਧ ਕਰਨਾ ਉੱਥੇ ਔਖਾ ਹੋਏਗਾ। ਬੇਨਤੀ ਕੀਤੀ ਮਹਾਰਾਜ ਤੁਸੀਂ ਆਪਣੇ ਕਿਸੇ ਸਾਹਿਬਜ਼ਾਦੇ ਨੂੰ ਭੇਜ ਦਿਓ। ਮਹਾਰਾਜ ਕਹਿੰਦੇ ਹਾਂ ਇਦਾਂ ਹੋ ਸਕਦਾ ਹੈ। ਉਸ ਸਮੇਂ ਵੱਡੇ ਸਾਹਿਬਜ਼ਾਦੇ ਪ੍ਰਿਥੀ ਚੰਦ ਨੂੰ ਸੰਗਤ ਜੀ ਮਹਾਰਾਜ ਜੀ ਨੇ ਬੁਲਾਇਆ, ਕਿਹਾ ਕਿ ਬੇਟਾ ਜਾਓ ਤੇ ਆਪਣੇ ਤਾਇਆ ਜੀ ਦੇ ਨਾਲ ਉੱਥੇ ਲਾਹੌਰ 'ਚ ਜਾ ਕੇ ਆਪਣੇ ਭਰਾਤਾ ਦੇ ਵਿਆਹ ਦਾ ਕਾਰਜ ਨਿਬੇੜ ਕੇ ਆਓ। ਪ੍ਰਿਥੀ ਚੰਦ ਜਿਹੜਾ ਸੰਗਤ ਜੀ ਹੈ ਤਾਂ ਗੁਰੂ ਸਪੁੱਤਰ ਹੈ। ਖਿਆਲ ਕਰੀਏ ਆਪਾਂ ਪ੍ਰਿਥੀ ਚੰਦ ਨੂੰ ਜਿੱਥੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਹੁੰਦੀ ਹੈ ਤੇ ਉਹਨਾਂ ਸ਼ਹਾਦਤਾਂ ਦੇ ਵਿੱਚ ਇੱਕ ਕਾਰਨ ਪ੍ਰਿਥੀ ਚੰਦ ਦਾ ਵੀ ਹੈ। ਜਿਸ ਪ੍ਰਿਥਵੀ ਚੰਦ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਲ ਬੜਾ ਵੈਰ ਕਮਾਇਆ, ਇੱਥੋਂ ਤੱਕ ਕਿ ਸਾਹਿਬਜ਼ਾਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨੂੰ ਬਚਪਨ ਦੇ ਵਿੱਚ ਆਪਣੇ ਭਤੀਜੇ ਨੂੰ ਸਾਧ ਸੰਗਤ ਜੀ ਅਨੇਕਾਂ ਵਾਰੀ ਮਾਰਨ ਦਾ ਉਸਨੇ ਯਤਨ ਕੀਤਾ ਸੀ। ਉਹ ਇੱਕ ਵੱਖਰੇ ਚਲੋ ਪ੍ਰਸੰਗ ਹੈ, ਪਰ ਖਿਆਲ ਕਰੋ ਹੁਣ ਆਪ ਮੰਨਣ ਵਾਲੀ ਬਾਤ ਹੈ। 8 ਗੁਰੂ ਸਾਹਿਬਾਨਾਂ ਦਾ ਰਿਸ਼ਤੇਦਾਰ, ਗੁਰੂ ਅਮਰਦਾਸ ਮਹਾਰਾਜ ਜੀ ਦਾ ਕਹਿ ਲੋ ਦੋਤਰਾ, ਗੁਰੂ ਰਾਮਦਾਸ ਮਹਾਰਾਜ ਜੀ ਦਾ ਪੁੱਤਰ ਤੇ ਗੁਰੂ ਅਰਜਨ ਦੇਵ ਜੀ ਦਾ ਭਰਾ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਚਾਚਾ ਲੱਗਾ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਦਾਦੇ ਦੇ ਥਾਂ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੜਦਾਦੇ ਦੇ ਥਾਂ ਹੈ ਤੇ ਗੁਰੂ ਹਰ ਰਾਏ ਸਾਹਿਬ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪੋਤਰੇ ਤੇ ਪੜਪੋਤਰੇ ਨੇ।
ਏਦਾਂ 8 ਗੁਰੂ ਸਾਹਿਬਾਨਾਂ ਦੀ ਰਿਸ਼ਤੇਦਾਰੀ ਹੈ, ਏਡਾ ਵੱਡਾ ਕਹਿ ਲੋ ਕਿ ਰਿਸ਼ਤਾ ਹੈ ਗੁਰੂ ਸਾਹਿਬਾਨਾਂ ਦੇ ਨਾਲ। ਪਰ ਜਦੋਂ ਵੀ ਪ੍ਰਿਥੀ ਚੰਦ ਨੂੰ ਸਿੱਖ ਇਤਿਹਾਸ ਵਿੱਚ ਚੇਤੇ ਕੀਤਾ ਜਾਂਦਾ ਤੇ ਉਹਨੂੰ ਮਨਮੁਖ ਦੇ ਨਾਮ ਦੇ ਨਾਲ ਚੇਤੇ ਕੀਤਾ ਜਾਂਦਾ ਹੈ। ਹੁਣ ਧਿਆਨ ਕਰੀਏ ਕਿ ਆਪਾਂ ਕਿਹੜੇ ਖੇਤ ਦੀ ਮੂਲੀ ਹਾਂ। ਆਪਣੇ ਕਹਿ ਲੋ ਨਾ ਤਾਂ ਗੁਰੂ ਸਾਹਿਬ ਜੀ ਦੀ ਸਿੱਖੀ ਦੇ ਕੁਝ ਨਿਯਮ, ਨਾ ਕੋਈ ਚਿੰਨ, ਤੇ ਆਪਾਂ ਸਣ ਕੱਪੜੇ, ਸਣ ਜੁੱਤੇ, ਸਣੇ ਖੁਦਾ, ਉਹ ਹਾਲ ਸਾਡਾ ਬਣਿਆ ਪਿਆ ਹੈ। ਨਾ ਤਾਂ ਗੁਰੂ ਸਾਹਿਬ ਜੀ ਦੀ ਕੋਈ ਰਹਿਤ ਬਹਿਤ, ਨਾ ਗੁਰੂ ਸਾਹਿਬ ਜੀ ਦੀ ਕਿਤੇ ਸਿੱਖੀ, ਤੇ ਆਪਾਂ ਐਂ ਹੀ ਬੈਠੇ ਕਿ ਅਸੀਂ ਭਾਈ ਐਂ, ਤੇ ਆਪਾਂ ਕਹਿ ਲੋ ਕਿ ਸਾਡਾ ਤਾਂ ਕੋਈ ਰਿਸ਼ਤਾ ਗੁਰੂ ਨਾਲ ਆਪਾਂ ਬਣਾਇਆ ਹੀ ਨਹੀਂ ਹੈ, ਨਾ ਆਪਾਂ ਸਿੱਖੀ ਬਣ ਸਕੇ, ਤੇ ਸਾਡਾ ਭਲਾ ਭਾਈ ਕਿਵੇਂ ਹੋਵੇਗਾ। ਇਸ ਕਰਕੇ ਇਸ ਗੱਲ ਦੀ ਵਿਚਾਰ ਕਰੀਏ ਆਪਾਂ ਕਿ ਗੁਰੂ ਘਰ ਦੇ ਵਿੱਚ ਜਿਹੜੇ ਰਿਸ਼ਤੇ ਨੇ ਉਹਨਾਂ ਦੀ ਵੀ ਬਹੁਤੀ ਅਹਿਮੀਅਤ ਨਹੀਂ ਹੈ। ਔਰ ਜਿਹੜੀਆਂ ਪਦਵੀਆਂ ਮਿਲ ਜਾਣੀਆਂ ਨੇ, ਇਹ ਪਦਵੀਆਂ ਦੀ ਵੀ ਕੋਈ ਅਹਿਮੀਅਤ ਨਹੀਂ ਹੈ। ਭਾਈ ਗੁਰੂ ਘਰ ਦੇ ਵਿੱਚ ਤਾਂ ਪ੍ਰੇਮ ਹੈ। ਜਿੰਨੇ ਸਿੱਖੀ ਭਾਵਨਾ ਦੇ ਨਾਲ ਕਮਾ ਲਈ ਹੈ, 5 ਤਰ੍ਹਾਂ ਦੀ ਚਲੋ ਸਿੱਖੀ ਹੁੰਦੀ ਹੈ, ਭਾਵਨਾ ਦੀ ਸਿੱਖੀ ਜਿਹਨੇ ਸਿਦਕ ਦੀ ਸਿੱਖੀ ਕਮਾ ਲਈ, ਉਹਦਾ ਬੇੜਾ ਬੰਨੇ ਲਾਉਂਦੇ ਗੁਰੂ ਸਾਹਿਬ ਜੀ। ਇਸ ਕਰਕੇ ਭਾਈ ਦੇਖੋ, ਪ੍ਰਿਥੀ ਚੰਦ ਸੇਵਾ ਉਹਨੇ ਵੀ ਕੀਤੀ ਗੁਰੂ ਘਰ ਦੇ ਵਿੱਚ, ਪਰ ਉਹਨੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰੂ ਪਰਮੇਸ਼ਰ ਸਮਝ ਕੇ ਸੇਵਾ ਨਹੀਂ ਕੀਤੀ, ਕੇਵਲ ਆਪਣਾ ਪਿਤਾ ਜਾਣ ਕੇ ਸੇਵਾ ਕੀਤੀ ਹੈ। ਔਰ ਸੇਵਾ ਆਪਣੀ ਕਲਿਆਣ ਵਾਸਤੇ ਨਹੀਂ, ਗੁਰੂ ਰਾਮਦਾਸ ਮਹਾਰਾਜ ਜੀ ਦੀ ਗੱਦੀ ਪ੍ਰਾਪਤ ਕਰਨ ਵਾਸਤੇ ਸੇਵਾ ਕਰਦਾ ਰਿਹਾ, ਜਿਹਦੇ ਕਰਕੇ ਉਹਦੀ ਸੇਵਾ ਥਾਂ ਨਾ ਪਈ ਹੈ। तो महाराज जी ने उन्हें जवाब दे दिता, महाराज मैं नहीं जा सकता, हाँ जे मैं जाना तो इत्थों के जिन्ने काम कार सारे रुक जाएंगे, इस करके तुसीं किसी दूजे होर नूं भेज दिओ। महाराज कहंदे कोई नहीं, सिख बथेरे आए काम कार कर लैणगे। सीधा खरा संगत जी जवाब दे दिता। दूजा पुत्र महादेव ते ओ मस्ताने रहिंदे सन, ओ कहंदे कौन चाचा कौन ताया, मैं मेरा कोई रिश्ता नाता नहीं किसी दे नाल, दी उम्र होवेगी महाराज जी दी। कहन लगे कि पुत्र अर्जन देव इदां करो, अपने ताया जी दे नाल तुसीं चलो हथ जोड़े है ते सारा जाना, हथ जोड़ ले महाराज जिवें आप जी दा हुक्म होवे। इदां फिर ताया जी ने, एक इतिहासकार ने इदां लिखिया कि गुरु अर्जन देव जी की भावना ऐसी, कहन लगे महाराज ये तां फिर ताया जी अपना ही परिवार है, अपना ही घर है, इत्थे चलिया जावां, ते जे तुसीं मैनूं किते होर भी थां ते भेज दिओ, किते पहाड़ां वल, किते समुंदरां वल, मैं तां उत्थे भी आप जी दा हुक्म मन करके जावां। तो इस समय महाराज जी ने उस समय कहा ठीक है आप जी, पर ख्याल रखना जिन्ना चिर असीं ना बुलाइए उन्ना चिर अपने आप मुड़ना नहीं। ये हुण बड़ी वड्डी कह लो परख पा दित्ती सी महाराज जी ने। ते दूजा जाके उत्थे नाले अपने भराता दा विआह दा कारज निभाउणा, ते उदों बाद जिहड़ा साडा उत्थे जन्म स्थान है उहदी तुसीं सेवा कराउणी, संगत कराउणी है, संगत करिया करनी सवेरे शाम, उत्थे गुरमत दा तुसीं प्रचार प्रसार करो। ते समा पिया फिर असीं तुहानूं सद्दांगे, फिर तुसीं आउणा। हत्थ जोड़े, मत्था टेक के महाराज जी नूं, अपने माता जी नूं, ते चल पए ने। अपने मन नूं गुरु साहिब जी दे चरणां दे विच छड़ दित्ता, ते तन गड्डे ते बिठा के अपने ताया जी दा जन्म स्थान है लाहौर चूना मंडी, उत्थे अपने घर नूं जाके फिर गुरुद्वारे साहिब दी शक्ल दित्ती, धर्मशाला बनाई। सवेरे शाम उत्थे संगत होण लगी, बहुत संगत आया करे, गुरु साहिब जी दा आदर मान सत्कार करदी है। सवेरे शाम गुरु साहिब जी गुरबाणी दा प्रचार उत्थे करदे ने। उत्थे रहिंदियां रहिंदियां संगत जी समा होया, हुण महीना लंघ गया, 2 महीने लंघ गए, करदियां कराउंदियां जदों साल लंघ गया, कोई उस समय सुनेहा ना आया। ते जिहड़ा साध संगत जी वियोगी हुंदा है ना, ਉਹਦੀ फिर अवस्था कथन नहीं की जा सकती है। गुरबाणी दे अंदर महाराज जी ने 4 तरह के दुख कथन किए है। अपने तो माड़ी जी ढिड पीड़ होवे ते आपां नूं हत्थां पैरां दी पै जांदी है, पर 4 क दुख बड़े डाढे वड्डे लिखे हुए ने, बाकी सारे इन्हां च ही आ जांदे है। महाराज ने दुखां दी व्याख्या कथन करन तो पहलां सब तो वड्डा दुख वो है विछोड़े दा दुख। महाराज कहंदे दुख विछोड़ा, एक दुख भूख, एक दुख सख्त वार जमदूत, एक दुख रोग लगे तन धाए, वैद ना भोले दारू लाए। ये 4 तरह के दुख है। एक विछोड़े का दुख, इहो जिहा डाढा दा विछोड़ा पै जांदा है, पति ते पत्नी का विछोड़ा पै जांदा है। ये कुछ अपने रिश्ते ने, भैन भरा दा जिवें कुछ रिश्ता है, नेड़े दे जिहड़े रिश्ते है, जदों उन्हां दा विछोड़ा पवे ते फिर आपां विछोड़े दे दुख नूं कुछ अनुभव कर सकदे हां।
ਇਸੇ ਤਰ੍ਹਾਂ ਜਿਹੜਾ ਕੋਈ ਰੱਬ ਦਾ ਪਿਆਰਾ ਹੁੰਦਾ ਹੈ ਉਹਦਾ ਫਿਰ ਆਪਣੇ ਰੱਬ ਦੇ ਨਾਲ ਪਿਆਰ ਹੁੰਦਾ, ਤੇ ਜਿੰਨਾ ਚਿਰ ਉਹਦੇ ਦਰਸ਼ਨ ਨਹੀਂ ਨਾ ਹੁੰਦੇ ਉਹਨਾਂ ਚਿਰ ਫਿਰ ਵਿਛੋੜੇ ਦੀ ਅੱਗ ਦੇ ਵਿੱਚ ਅੰਦਰੋਂ ਸੜਦਾ ਰਹਿੰਦਾ ਹੈ। ਭਾਈ ਨੰਦ ਲਾਲ ਸਾਹਿਬ ਜੀ ਦੀ ਰਚਨਾ ਜਾਂ ਕਿਸੇ ਹੋਰ ਦੀ ਰਚਨਾ, ਉਹਦੇ ਵਿੱਚ ਵਿਛੋੜੇ ਵਾਲੇ ਦੀਆਂ 9 ਨਿਸ਼ਾਨੀਆਂ ਉਹਨਾਂ ਨੇ ਕਥਨ ਕੀਤੀਆਂ ਨੇ। ਉਹ ਕਹਿੰਦੇ ਆਸ਼ਕਾਰਾ ਨਵ ਨਿਸ਼ਾਨੀ ਐ ਪਿਸਰ, ਜਿਹੜੇ ਰੱਬ ਦੇ ਆਸ਼ਿਕ ਨੇ, ਰੱਬ ਦੇ ਪ੍ਰੇਮੀ ਹੈ, ਉਹਨਾਂ ਦੀਆਂ 9 ਨਿਸ਼ਾਨੀਆਂ ਨੇ ਭਾਈ। ਇਹ ਸੁਣੋ, ਕਹਿੰਦੇ ਤੁਹਾਨੂੰ ਦੱਸਦੇ ਆ। ਆ ਸ਼ਰਦੋ ਰੰਗ ਜਰਦੋ ਚਸ਼ਮ ਤਰ, ਕਮ ਖੁਰਦਨੋ ਕਮ ਗੁਰਪਤਨੋ ਖਵਾਬਜ਼ ਹਰਾਮ, ਇੰਤਜ਼ਾਰੀ ਬੇਕਰਾਰੀ ਦਸਤ ਸਰ। ਇਹ 9 ਨਿਸ਼ਾਨੀਆਂ ਨੇ ਉਹ ਰੱਬ ਦੇ ਪਿਆਰਿਆਂ ਦੀਆਂ ਜਿਨ੍ਹਾਂ ਨੂੰ ਅੰਦਰੋਂ ਵਿਛੋੜਾ ਪਿਆ ਹੋਵੇ। ਆਹ ਕਮ ਗੁਫਤਨੋਂ ਬੋਲਣਾ ਘਟ ਜਾਂਦਾ ਹੈ, ਕਮ ਖੁਰਦਨੋਂ ਖਾਣਾ ਘਟ ਜਾਂਦਾ ਹੈ, ਖਵਾਬਜ਼ ਹਰਾਮ ਨੀਂਦ ਨਹੀਂ ਚੱਜ ਦੇ ਨਾਲ ਆਉਂਦੀ ਹੈ, ਇੰਤਜ਼ਾਰੀ ਇੰਤਜ਼ਾਰ ਲੱਗਾ ਰਹਿੰਦਾ, ਬੇਕਰਾਰੀ ਅੰਦਰ ਬੇਚੈਨੀ ਵੱਧਦੀ ਜਾਂਦੀ ਹੈ, ਅਖੀਰ ਦਸਤ ਸਰ ਤੇ ਰੱਬ ਦਾ ਵਿਜੋਗੀ ਆਪਣੇ ਫਿਰ ਹੱਥ ਜਿਹੜੇ ਐ ਸਿਰ ਦੇ ਗੋਡਿਆਂ 'ਚ ਸਿਰ ਰੱਖ ਕੇ ਨਾ ਉੱਤੇ ਹੱਥ ਰੱਖ ਕੇ ਵਿਛੋੜੇ ਦੇ ਵਿੱਚ ਬੈਠਾ ਰਹਿੰਦਾ ਹੈ। ਇਹ ਰੱਬ ਦੇ ਪਿਆਰਿਆਂ ਦੀਆਂ ਕੋਈ ਨਿਸ਼ਾਨੀਆਂ ਗ੍ਰੰਥਾਂ ਵਿੱਚ ਕਥਨ ਕੀਤੀਆਂ। ਤੋਂ ਕਹਿੰਦੇ ਉਸ ਵਿਛੋੜੇ ਦੇ ਵਿੱਚ ਫਿਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਐਸੀ ਹਾਲਤ ਹੋਈ ਹੈ, ਅੰਦਰ ਖਿੱਚ ਪਈ, ਮਨ 'ਚ ਖਿਆਲ ਕਰਦੇ ਕੀ ਗੱਲ ਹੋ ਗਈ, ਸਾਡੇ ਗੁਰੂ ਪਿਤਾ ਨੇ ਸਾਨੂੰ ਭੁਲਾ ਹੀ ਦਿੱਤਾ ਹੈ, ਸਾਡਾ ਚੇਤਾ ਹੀ ਕੋਈ ਨਹੀਂ ਕਰਦੇ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਸਮੇਂ ਸਿੱਖ ਨੂੰ ਭੇਜਿਆ, ਜਾਓ ਸਿੱਖੋ, ਜੇ ਗੁਰੂ ਨੇ ਸਾਡਾ ਚੇਤਾ ਭੁਲਾਤਾ ਅਸੀਂ ਚਿੱਠੀ ਭੇਜ ਕੇ ਚੇਤੇ ਕਰਾ ਦਿੰਦੇ ਆ, ਤੇ ਪਵਿੱਤਰ ਬਾਣੀ ਪੜ੍ਹਦੇ ਆ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੇ ਵਿਛੋੜੇ ਦੀ ਅਵਸਥਾ ਕਥਨ ਕੀਤੀ ਹੋਈ ਹੈ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨ ਆਵੈ, ਬਿਨ ਦਰਸ਼ਨ ਸੰਤ ਪਿਆਰੈ ਜੀਓ, ਹਉ ਘੋਲੀ ਜੀਓ ਘੋਲ ਘੁਮਾਈ, ਗੁਰ ਦਰਸ਼ਨ ਸੰਤ ਪਿਆਰੇ ਜੀਓ। ਰਹਾਓ, ਇੱਥੇ ਇੱਕ ਅੰਕ ਪਾ ਦਿੱਤਾ। ਇਹਨੇ ਚਿੱਠੀ ਲਿਖ ਕੇ ਮਹਾਰਾਜ ਨੇ ਸਿੱਖ ਦੇ ਹੱਥ ਭੇਜੀ ਕਿ ਜਾ ਸਿੱਖਾ, ਗੁਰੂ ਸਾਹਿਬ ਜੀ ਦੇ ਕੋਲੇ ਮੇਰਾ ਸੁਨੇਹਾ ਪਹੁੰਚਾ ਦੇ, ਕਿਉਂ ਮੈਨੂੰ ਇੰਨਾ ਵਿਛੋੜਿਆ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਦੇ ਵਿੱਚ ਵਿਛੋੜੇ ਦਾ ਸੰਗਤ ਜੀ ਦਰਦ ਬਿਆਨ ਹੈ, ਅਰਥ ਭਾਵ ਵਿੱਚ ਨਹੀਂ ਜਾਵਾਂਗੇ ਕਿਉਂਕਿ ਬਹੁਤ ਫਿਰ ਲੰਮਾ ਸਮਾਂ ਲੱਗ ਜਾਂਦਾ ਹੈ। ਤੋ ਜਦੋਂ ਉੱਥੇ ਗਏ, ਸਿੱਖ ਗਿਆ, ਸਾਧ ਸੰਗਤ ਜੀ ਜਾਂਦਿਆਂ ਨੂੰ ਅੱਗੋਂ ਰੱਬ ਸਬੱਬੀ ਪ੍ਰਿਥੀ ਚੰਦ ਮਿਲ ਗਿਆ। ਉਹਨੇ ਪੁੱਛਿਆ, ਭਾਈ ਸਿੱਖਾ ਕਿੱਥੋਂ ਆਇਆ ਹੈ, ਬੜੀ ਦੂਰੋਂ ਲੱਗਦਾ ਆਇਆ। ਕਹਿੰਦਾ ਜੀ ਲਾਹੌਰ ਤੋਂ ਆਇਆ। ਲਾਹੌਰ ਦਾ ਨਾਮ ਸੁਣ ਕੇ ਉਸੇ ਸਮੇਂ ਉਹ ਕੰਨ ਕੀਤੇ, ਕਹਿਣ ਲੱਗੇ ਅੱਛਾ ਕਿਹਨੇ ਭੇਜਿਆ? ਕਹਿੰਦੇ ਜੀ ਆਪ ਜੀ ਦੇ ਛੋਟੇ ਭਰਾਤਾ ਅਰਜਨ ਦੇਵ ਜੀ ਨੇ ਭੇਜਿਆ ਹੈ। ਕਹਿੰਦੇ ਅੱਛਾ ਕੀ ਗੱਲ ਉਹਨੇ ਕਹੀ ਹੈ? ਮਹਾਰਾਜਾ ਚਿੱਠੀ ਭੇਜੀ ਹੈ, ਕਹਿੰਦੇ ਸੀ ਗੁਰੂ ਪਿਤਾ ਨੂੰ ਦੇ ਦਿਓ। ਕਹਿੰਦੇ ਅੱਛਾ ਕੋਈ ਨਹੀਂ ਮੈਂ ਦੇ ਦਿਆਂਗਾ, ਲਿਆ ਮੈਨੂੰ ਫੜਾ। ਚਿੱਠੀ ਫੜੀ, ਦੇਖਿਆ ਤੇ ਜਦੋਂ ਉਹ ਦਰਸ਼ਨ ਕੀਤੇ ਤੇ ਹੈਰਾਨ ਹੋ ਗਿਆ। ਕਹਿਣ ਲੱਗੇ ਇਹਨਾਂ ਦੇ ਬੋਲ ਤਾਂ ਹੂਬਹੂ ਗੁਰੂ ਸਾਹਿਬ ਦੀ ਬਾਣੀ ਦੇ ਨਾਲ ਮਿਲਦੇ ਨੇ, ਤੇ ਜੇ ਇਹ ਬੋਲ, ਜੇ ਇਹ ਚਿੱਠੀ ਗੁਰੂ ਸਾਹਿਬ ਜੀ ਨੇ ਪੜ੍ਹ ਲਈ, ਉਹਨਾਂ ਤਾਂ ਗੱਦੀ ਇਹਨਾਂ ਨੂੰ ਦੇ ਦੇਣੀ ਹੈ। ਇਸ ਕਰਕੇ ਇਹ ਚਿੱਠੀ ਉਹਨਾਂ ਤੱਕ ਨਹੀਂ ਪਹੁੰਚਣੀ ਚਾਹੀਦੀ ਹੈ। ਚਿੱਠੀ ਆਪਣੇ ਕੋਲੇ ਰੱਖ ਲਈ। ਕਹਿੰਦਾ ਜੀ ਮੈਂ ਆਪੇ ਗੁਰੂ ਸਾਹਿਬ ਨੂੰ ਫੜਾ ਦੇਵਾਂਗਾ, ਤੁਸੀਂ ਪ੍ਰਸ਼ਾਦਾ ਪਾਣੀ ਛਕੋ। ਕਹਿੰਦਾ ਜੀ ਸਤ ਬਚਨ। ਚਿੱਠੀ ਫੜ ਕੇ ਆਪਣੇ ਜੇਬ 'ਚ ਪਾ ਲਈ। ਉਹ ਸਿੱਖ ਨੇ ਸੰਗਤ ਜੀ ਉਸੇ ਤਰ੍ਹਾਂ ਹੀ ਭਾਵਨਾ ਦੇ ਨਾਲ ਦਰਸ਼ਨ ਕੀਤੇ ਐ, ਇਸ਼ਨਾਨ ਪਾਨ ਕੀਤੇ, ਪ੍ਰਸ਼ਾਦਾ ਪਾਣੀ ਛਕਿਆ। ਸਵੇਰ ਹੋਈ, ਦੀਵਾਨ ਸਜੇ, ਆਇਆ। ਪ੍ਰਿਥੀ ਚੰਦ ਨੇ ਬਾਹਰੋਂ ਹੀ ਮੋੜ ਦਿੱਤਾ, ਦਰਸ਼ਨ ਵੀ ਨਾ ਕਰਨ ਦਿੱਤੇ। ਕਹਿੰਦੇ ਬਸ ਉਹਨਾਂ ਨੂੰ ਕਹਿ ਦਿਓ ਗੁਰੂ ਜੀ ਕਹਿੰਦੇ ਅਜੇ ਉੱਥੇ ਰਹਿ ਕੇ ਸੇਵਾ ਕਮਾਓ। ਕਹਿੰਦਾ ਜੀ ਸਤ ਬਚਨ। ਵਾਪਸ ਆ ਗਿਆ। ਆ ਕੇ ਗੁਰੂ ਸਾਹਿਬ ਜੀ ਨੂੰ ਕਹਿ ਦਿੱਤਾ, ਜੀ ਗੁਰੂ ਸਾਹਿਬ ਦਾ ਹੁਕਮ ਹੈ ਕਿ ਆਪ ਅਜੇ ਇੱਥੇ ਰਹਿ ਕੇ ਸੇਵਾ ਕਮਾਓ। ਹੁਣ ਉੱਥੇ ਰਹਿ ਗਏ ਨੇ। ਫਿਰ ਬਹੁਤ ਸਾਰਾ ਸਮਾਂ ਲੰਘ ਗਿਆ ਵੀ ਚਲੋ ਸਮਾਂ ਆਏਗਾ, ਮਹਾਰਾਜ ਜੀ ਚਿੱਠੀ ਭੇਜਣ, ਕੋਈ ਸੁਨੇਹਾ ਭੇਜਣਗੇ, ਪਰ ਕੋਈ ਸੁਨੇਹਾ ਨਾ ਆਇਆ। ਫਿਰ ਅੰਦਰੋਂ ਸੰਗਤ ਜੀ ਦਿਲ ਦੇ ਹੂਕ ਉੱਠੀ ਹੈ। ਫਿਰ ਕਾਗਜ਼ ਕਲਮ ਮੰਗਾਇਆ ਤੇ ਦੂਜੀ ਚਿੱਠੀ ਮਹਾਰਾਜ ਨੇ ਲਿਖੀ। ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ, ਚਿਰ ਹੋਆ ਦੇਖੇ ਸਾਰੰਗ ਪਾਣੀ, ਧਨ ਸੋ ਦੇਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ। ਕਿਰਪਾ ਕਰੋ ਮਹਾਰਾਜ, ਮੈਂ ਤੁਹਾਡੇ ਤੋਂ ਬਲਿਹਾਰ ਕੁਰਬਾਨ ਜਾਵਾਂ, ਮੈਨੂੰ ਦਰਸ਼ਨ ਦਿਦਾਰੇ ਕਰਾਓ। ਇਹ ਚਿੱਠੀ ਦੇ ਵਿੱਚ ਆਪਣੇ ਵਿਛੋੜੇ ਦੀ ਵੇਦਨ ਲਿਖ ਕਰਕੇ ਦੂਜੀ ਚਿੱਠੀ ਸਿੱਖ ਦੇ ਹੱਥ ਉਸੇ ਦੇ ਹੱਥ ਹੀ ਭੇਜ ਦਿੱਤੀ। ਤੇ ਰੱਬ ਸਬੱਬੀ ਅੱਗੋਂ ਫੇਰ ਸੰਗਤ ਜੀ ਪ੍ਰਿਥੀ ਚੰਦ ਮਿਲ ਗਿਆ ਤੇ ਉਹ ਚਿੱਠੀ ਉਹਨੇ ਫੇਰ ਫੜ ਕੇ ਆਪਣੇ ਜੇਬ। ਮਹਾਰਾਜ ਜੀ ਨੇ ਪੁੱਛਿਆ ਸਿੱਖ ਨੂੰ ਬੁਲਾ ਕੇ, ਸਿੱਖਾ ਤੂੰ ਚਿੱਠੀ ਫੜਾ ਕੇ ਵੀ ਆਇਆ ਕਿ ਨਹੀਂ? ਕਿਉਂਕਿ ਸਾਡੇ ਗੁਰੂ ਦਾ ਤਾਂ ਐਸਾ ਸੁਭਾਅ ਹੀ ਨਹੀਂ ਹੈ। ਉਹ ਤਾਂ ਬੜੇ ਕਹਿ ਲੋ ਕਿ ਪਿਆਰ ਵਾਲਾ ਸੁਭਾਅ ਹੈ ਮੇਰੇ ਗੁਰੂ ਪਿਤਾ ਦਾ। ਤਾਂ
ਉਹਨਾਂ ਨੇ ਚਿੱਠੀ ਪੜ੍ਹ ਕੇ ਮੈਨੂੰ ਉਸੇ ਵੇਲੇ ਸੱਦ ਲੈਣਾ ਸੀ। ਤੂੰ ਚਿੱਠੀ ਫੜਾਈ ਨਹੀਂ, ਕਿਹਨੂੰ ਫੜਾਈ ਹੈ? ਕਹਿਣ ਲੱਗਾ ਮਹਾਰਾਜ ਤੁਹਾਡੇ ਵੱਡੇ ਭਰਾਤਾ ਜੀ ਮੈਨੂੰ ਮਿਲ ਜਾਂਦੇ ਰਹੇ ਨੇ, ਦੋਨੇ ਚਿੱਠੀਆਂ ਮੈਂ ਉਹਨਾਂ ਨੂੰ ਫੜਾ ਆਉਂਦਾ ਰਿਹਾ। ਕਹਿਣ ਲੱਗੇ ਅੱਛਾ ਚਲੋ ਕੋਈ ਬਾਤ ਨਹੀਂ ਹੈ, ਆ ਹੁਣ ਅਸੀਂ ਤੀਜੀ ਚਿੱਠੀ ਲਿਖਣ ਲੱਗੇ ਆ ਤੇ ਇਹ ਸਾਡੇ ਭਰਾਤਾ ਨੂੰ ਨਹੀਂ, ਇਹ ਸਾਡੇ ਗੁਰੂ ਪਿਤਾ ਨੂੰ ਤੂੰ ਫੜਾਉਣੀ ਹੈ। ਜ਼ਿਕਰ ਕੀਤਾ ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ, ਹੁਣ ਕਦ ਮਿਲੀ ਹੈ ਪ੍ਰਿਯ ਤੁਧ ਭਗਵੰਤਾ, ਮੋਹਿ ਰਹਿਣ ਨਾ ਮਿਹਾਵੈ ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ, ਹਉ ਘੋਲੀ ਜੀਓ ਘੋਲ ਘੁਮਾਈ ਤਿਸ ਸੱਚੇ ਗੁਰ ਦਰਬਾਰੇ ਜੀਓ। ਜਦੋਂ ਐਸੀ ਬਿਰਹੋਂ ਦੀ ਸੰਗਤ ਜੀ ਕਹਿ ਲੋ ਕਿ ਪੀੜਾ ਲਿਖੀ ਹੈ ਨਾ ਮਹਾਰਾਜ ਜੀ ਨੇ, ਇਹ ਚਿੱਠੀ ਭੇਜੀ ਸਿੱਖਾ ਜਾ ਕੇ ਸਾਡੇ ਗੁਰੂ ਪਿਤਾ ਨੂੰ ਫੜਾਉਣੀ। ਲਿਆ ਕੇ ਸੰਗਤ ਜੀ ਸਿੱਖ ਜਿਹੜਾ ਸੀ ਬਚਦਾ ਬਚਾਉਂਦਾ ਪ੍ਰਿਥੀ ਚੰਦ ਜੀ ਉਹਨਾਂ ਨੇ ਆਵਾਜ਼ ਦੇ ਲਈ ਤੇ ਮੈਨੂੰ ਉਹਨਾਂ ਨੂੰ ਫੜਾਉਣੀ ਪੈਣੀ ਹੈ, ਪਰ ਗੁਰੂ ਸਾਹਿਬ ਜੀ ਦਾ, ਗੁਰੂ ਅਰਜਨ ਸਾਹਿਬ ਜੀ ਦਾ ਹੁਕਮ ਹੈ ਕਿ ਮਾਰ ਕਹਿੰਦੇ ਅੱਛਾ ਸਿੱਖਾ ਇਹ ਕੀ ਹੈ? ਮਹਾਰਾਜ ਆਪ ਜੀਆਂ ਦੇ ਸਾਹਿਬਜ਼ਾਦੇ ਨੇ ਲਾਹੌਰ ਤੋਂ ਭੇਜੀ ਹੈ। ਅੱਛਾ ਠੀਕ ਹੈ, ਕੈਸੇ ਹੈ ਸਾਡੇ ਸਾਹਿਬਜ਼ਾਦੇ? ਮਹਾਰਾਜ ਜੀ ਉਹ ਤਾਂ ਠੀਕ ਹੈ, ਉੱਥੇ ਬੜੀ ਰੌਣਕ ਲੱਗੀ, ਬੜੀ ਸੰਗਤ ਇਕੱਠੀ ਹੁੰਦੀ ਹੈ, ਸਾਨੂੰ ਮਹਾਰਾਜ ਜੀ ਬੜਾ ਲਾਭ ਪ੍ਰਾਪਤ ਹੋ ਰਿਹਾ ਉਹਨਾਂ ਦੇ ਦਰਸ਼ਨਾਂ ਤੋਂ। ਮਹਾਰਾਜ ਕਹਿੰਦੇ ਠੀਕ ਹੈ ਭਾਈ, ਲਿਆਓ ਚਿੱਠੀ ਪੜ੍ਹੀਏ ਕੀ ਲਿਖਿਆ ਉਹਨਾਂ ਨੇ। ਜਦੋਂ ਚਿੱਠੀ ਖੋਲੀ ਤੇ ਐਸੇ ਸੰਗਤ ਜੀ ਪ੍ਰੇਮ ਦੇ ਭਜਨ ਦੇਖ ਕਰਕੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਦਿਲ ਭਤੀਜਿਆ। ਅੰਤਰਜਾਮੀ ਮਹਾਰਾਜ ਨੇ ਉਸੇ ਸਮੇਂ ਬਾਬਾ ਬੁੱਢਾ ਸਾਹਿਬ ਜੀ ਲਾਗੇ ਖਲੋਤੇ ਐ, ਸੱਦਿਆ ਕੋਲੇ। ਮਹਾਰਾਜ ਕਹਿੰਦੇ ਬਾਬਾ ਜੀ ਇੱਧਰ ਆਓ, ਆ ਚਿੱਠੀ ਦੇ ਬੋਲ ਪੜੋ। ਮਹਾਰਾਜ ਆਪ ਜੀਆਂ ਨੇ ਪੜ੍ਹ ਲਏ ਨੇ, ਲਿਆਓ ਜੀ। ਜਦੋਂ ਪੜ੍ਹੇ, ਪੜ੍ਹ ਕੇ ਨਿਹਾਲ ਹੋਏ, ਮਹਾਰਾਜ ਜੀ ਕਹਿੰਦੇ ਦੱਸੋ ਹੁਣ ਇਹਨਾਂ ਦੇ ਬੋਲ ਸਾਡੇ ਬੋਲਾਂ ਦੇ ਨਾਲ ਮਿਲਦੇ ਨੇ? ਮਹਾਰਾਜ ਕੈਸੀਆਂ ਤੁਹਾਡੀਆਂ ਖੇਡਾਂ ਨੇ, ਆਪ ਤਾਂ ਸਾਰਾ ਕੁਝ ਹੀ ਜਾਣਦੇ ਆ। ਮਹਾਰਾਜ ਕਹਿੰਦੇ ਠੀਕ ਹੈ, ਫਿਰ ਹੁਣ ਸਮਾਂ ਹੋ ਗਿਆ ਹੈ, ਜਿੰਨਾ ਕੁ ਸਮਾਂ ਸਾਡਾ ਸੀ ਉਹ ਤਕਰੀਬਨ ਪੂਰਾ ਹੋ ਚੁੱਕਾ ਹੈ, ਤੇ ਜਾਓ ਫਿਰ ਲੈ ਕੇ ਆਓ ਉਹਨਾਂ ਨੂੰ, ਤੇ ਹੁਣ ਅਗਲਾ ਜਿਹੜਾ ਕਾਰਜ ਹੈ ਫਿਰ ਉਹਨਾਂ ਦੇ ਸਰੀਰ 'ਚ ਬਹਿ ਕੇ ਆਪਾਂ ਕਰਾਂਗੇ। ਬਾਬਾ ਜੀ ਕਹਿਣ ਲੱਗੇ ਮਹਾਰਾਜ ਜਿਵੇਂ ਆਪ ਜੀ ਦਾ ਹੁਕਮ। ਬਾਬਾ ਬੁੱਢਾ ਸਾਹਿਬ ਜੀ ਸੰਗਤ ਜੀ ਤਿਆਰ ਹੋਏ ਨੇ ਤੇ ਉਸ ਸਮੇਂ ਗੱਡੇ ਦੇ ਉੱਤੇ ਬੈਠ ਕਰਕੇ ਬਾਬਾ ਬੁੱਢਾ ਸਾਹਿਬ ਜੀ ਚਲ ਗਏ। ਜਾ ਕੇ ਲਾਹੌਰ ਪਹੁੰਚੇ ਤੇ ਉਧਰ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਕਹਿ ਲੋ ਕਿ ਜਿਹੜਾ ਸੰਗਤ ਜੀ ਉੱਥੇ ਬਣਾਇਆ ਹੋਇਆ ਸੀ ਨਾ ਘਰ, ਚਬਾਰੇ ਤੇ ਚੜ੍ਹ ਕੇ ਲਾਹੌਰ ਦੀਆਂ ਕੰਧਾਂ ਨੂੰ ਕਈ ਵਾਰੀ ਦੇਖਿਆ ਕਰਦੇ ਸੀ ਰਾਹ ਨੂੰ। ਜੇ ਕਿਸੇ ਨੇ ਉਧਰੋਂ ਚੱਲਦੇ ਹੋਏ ਆਉਣਾ, ਪੁੱਛਣਾ ਤੂੰ ਭਾਈ ਅੰਮ੍ਰਿਤਸਰੋਂ ਆਇਆ? ਜੇ ਕਿਸੇ ਨੇ ਕਹਿ ਜਾਣਾ ਹਾਂਜੀ ਅੰਮ੍ਰਿਤਸਰ ਸਾਹਿਬ ਤੋਂ ਆਇਆ। ਅੱਛਾ ਗੁਰੂ ਪਿਤਾ ਨੇ ਸੁਨੇਹਾ ਨਹੀਂ ਕੋਈ ਭੇਜਿਆ? ਕਹਿੰਦੇ ਨਾ ਜੀ ਸਾਡੇ ਹੱਥੀਂ ਤਾਂ ਕੋਈ ਸੁਨੇਹਾ ਨਹੀਂ ਭੇਜਿਆ ਹੈ। ਪਰ ਹੁਣ ਜਦੋਂ ਦੇਖਿਆ ਬਾਬਾ ਬੁੱਢਾ ਸਾਹਿਬ ਜੀ ਆ ਗਏ ਨੇ ਤਾਂ ਉਸੇ ਸਮੇਂ ਸਾਧ ਸੰਗਤ ਜੀ ਮਨ ਗਦ-ਗਦ ਹੋ ਗਿਆ। ਬੜੀ ਕਾਹਲੀ ਦੇ ਨਾਲ ਪੌੜੀਆਂ ਹੇਠਾਂ ਉਤਰੇ ਨੇ, ਅਗਲਵਾਂਢੀ ਹੋ ਕੇ ਜਾ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਮਿਲੇ। ਬਾਬਾ ਬੁੱਢਾ ਸਾਹਿਬ ਜੀ ਗੱਡੇ ਤੋਂ ਹੇਠਾਂ ਉਤਰੇ, ਭੱਜ ਕੇ ਜਾ ਕੇ ਗੁਰੂ ਅਰਜਨ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਗਲ ਵੱਕੜੀ ਪਾ ਲਈ। ਉਸ ਸਮੇਂ ਕਹਿੰਦੇ ਪ੍ਰੇਮ ਦੀ ਅਵਸਥਾ ਸੰਗਤ ਜੀ ਗਦ-ਗਦ ਹੋ ਗਈ। ਗੁਰੂ ਅਰਜਨ ਦੇਵ ਜੀ ਦੇ ਵੀ ਨੇਤਰਾਂ ਵਿੱਚ ਪ੍ਰੇਮ ਦਾ ਜਲ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਨੇਤਰਾਂ ਵਿੱਚ ਵੀ ਵਿਰਾਗ ਦਾ ਜਲ ਆ ਗਿਆ। ਉਸ ਸਮੇਂ ਇੰਨਾ ਪ੍ਰੇਮ ਗੁਰੂ ਅਰਜਨ ਦੇਵ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਉਸ ਸਮੇਂ ਦਿਖਾਇਆ। ਲਾਹੌਰ ਦੀ ਸੰਗਤ ਨੂੰ ਪਤਾ ਚੱਲਿਆ ਕਿ ਬਾਬਾ ਬੁੱਢਾ ਸਾਹਿਬ ਜੀ ਆਏ ਹੈ, ਤੇ ਬਾਬਾ ਬੁੱਢਾ ਸਾਹਿਬ ਜੀ ਕੋਈ ਆਮ ਸੰਗਤ ਦੀ ਸ਼ਖਸੀਅਤ ਨਹੀਂ ਸਨ। ਗੁਰੂ ਸਾਹਿਬ ਜੀ ਦੇ ਜਿੰਨਾ ਹੀ ਉਹਨਾਂ ਦਾ ਸਤਿਕਾਰ ਹੋਇਆ ਕਰਦਾ ਸੀ ਬਾਬਾ ਜੀ ਦਾ। ਹਰੇਕ ਗੁਰੂ ਸਾਹਿਬਾਨ ਜਦੋਂ ਗੁਰਤਾ ਗੱਦੀ ਤੇ ਬੈਠਦੇ ਰਹੇ ਹੈ ਤੇ ਅਗਲੇ ਗੁਰੂ ਸਾਹਿਬਾਨ ਨੂੰ ਇਹ ਵਿਸ਼ੇਸ਼ ਕਰਕੇ ਕਿਹਾ ਕਿ ਬਾਬਾ ਬੁੱਢਾ ਸਾਹਿਬ ਜੀ ਦੀ ਜ਼ੁਬਾਨ ਤੋਂ ਨਿਕਲਿਆ ਹੋਇਆ ਸਹਿਜੇ ਵੀ ਜਿਹੜਾ ਬਚਨ ਹੈ ਉਹਨੂੰ ਤੁਸੀਂ ਕਿਸੇ ਨੇ ਮੋੜਨਾ ਨਹੀਂ, ਉਹਨੂੰ ਹਰ ਤਰ੍ਹਾਂ ਕਰਕੇ ਪੂਰਾ ਕਰਨ ਦਾ ਯਤਨ ਕਰਨਾ। ਔਰ ਸਾਰੇ ਗੁਰੂ ਸਾਹਿਬਾਨਾਂ ਨੇ ਸੰਗਤ ਜੀ ਉਸੇ ਤਰ੍ਹਾਂ ਹੀ ਕੀਤਾ। ਬਾਬਾ ਬੁੱਢਾ ਜੀ ਦੀ ਜ਼ੁਬਾਨ ਤੋਂ ਜੇਕਰ ਸਹਿਜੇ ਕੋਈ ਬਚਨ ਨਿਕਲਿਆ ਤੇ ਸਾਰੇ ਗੁਰੂ ਸਾਹਿਬਾਨਾਂ ਨੇ ਉਸੇ ਤਰ੍ਹਾਂ ਉਹ ਪੂਰਾ ਕੀਤਾ ਸੀ। ਤੋ ਬਾਬਾ ਬੁੱਢਾ ਜੀ ਨੂੰ ਮਿਲੇ ਐ, ਸਾਰੀ ਸੰਗਤ ਇਕੱਠੀ ਹੋਈ, ਆ ਕੇ ਬਾਬਾ ਜੀ ਨੂੰ ਮੱਥੇ ਟੇਕੇ ਬੜਾ ਪਿਆਰ ਸਤਿਕਾਰ ਕਰਕੇ ਅੰਦਰ ਲੈ ਕੇ ਗਏ ਨੇ। ਪ੍ਰਸ਼ਾਦੇ ਪਾਣੀ ਦਾ ਇੰਤਜ਼ਾਮ ਹੋਇਆ, ਸਾਰਾ ਕੁਝ। ਉਸ ਸਮੇਂ ਰਾਤ ਕੱਟੀ, ਸਵੇਰ ਹੋਈ ਹੈ ਤੇ ਕਿਹਾ ਕਿ ਚਲੋ ਗੁਰੂ ਅਰਜਨ ਦੇਵ ਜੀ ਆਪ ਹੁਣ ਚਲੀਏ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ। ਮਹਾਰਾਜ ਜੀ ਬੜੀ ਛੇਤੀ ਸੰਗਤ ਜੀ ਤਿਆਰ ਹੀ ਸਨ। ਸੰਗਤਾਂ ਨੇ ਬੜੀ ਛੇਤੀ ਤਿਆਰ ਕੀਤਾ, ਰਸਤਾਂ ਬਸਤਾਂ ਲਿਆ ਕੇ ਗੱਡਾ ਭਰ ਦਿੱਤਾ। ਬਾਬਾ ਬੁੱਢਾ ਸਾਹਿਬ ਜੀ ਬਹਿ ਗਏ, ਨਾਲ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਬਹਿ ਗਏ। ਚਲਦਿਆਂ ਚਲਦਿਆਂ ਜਦੋਂ ਅੰਮ੍ਰਿਤਸਰ ਸਾਹਿਬ ਪਹੁੰਚੇ ਹੈ, ਇੱਥੇ ਆ ਕਰਕੇ ਫਿਰ ਗੁਰੂ ਰਾਮਦਾਸ ਜੀ ਦੀਵਾਨ 'ਚ ਬੈਠੇ ਹੋਏ, ਜਿੱਥੇ ਕਹਿ ਲੋ ਦੁੱਖ ਭੰਜਨੀ ਬੇਰੀ ਹੈ, ਉਸ ਥਾਂ ਤੇ ਮਹਾਰਾਜ ਜੀ ਦਾ ਦੀਵਾਨ ਲੱਗਿਆ ਹੋਇਆ ਹੈ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਏ
ਆ ਕੇ ਚਰਨਾਂ ਤੇ ਲਿਪਟ ਗਏ। 3 ਸਾਲ ਦਾ ਸਮਾਂ ਸੂਰਜ ਪ੍ਰਕਾਸ਼ ਅਨੁਸਾਰ ਹੈ, ਕੁਝ ਵਿਦਵਾਨਾਂ 1 ਸਾਲ ਵੀ ਮੰਨਿਆ ਹੋਇਆ ਹੈ, ਪਰ ਮਹਾਂਪੁਰਸ਼ 3 ਕੁ ਸਾਲ ਦਾ ਹੀ ਵਕਬਾ ਕਿਹਾ ਕਰਦੇ ਸੀ ਵੀ 3 ਸਾਲ ਹੋ ਗਏ ਸਨ ਉੱਥੇ ਰਹਿੰਦਿਆਂ ਹੋਇਆਂ। ਤੋ ਜਦੋਂ 3 ਸਾਲਾਂ ਬਾਅਦ ਆ ਕੇ ਦਰਸ਼ਨ ਕੀਤੇ ਐ, ਚਰਨਾਂ ਤੇ ਲਿਪਟ ਗਏ, ਪਿਆਰ ਤੇ ਬਰਾਗ ਦੇ ਜਲ ਦੇ ਨਾਲ ਚਰਨ ਧੋ ਦਿੱਤੇ ਨੇ। ਜਨਦੇਵ, ਤੁਹਾਡੀ ਚਿੱਠੀ ਸਾਡੇ ਕੋਲ ਇੱਕ ਆਈ ਹੈ, ਪਰ ਚਿੱਠੀ ਦੇ ਪਿੱਛੇ ਅੰਕ ਤੁਸੀਂ 3 ਪਾਇਆ ਹੋਇਆ ਹੈ, ਇਹਦਾ ਕੀ ਕਾਰਨ ਹੈ? ਤੇ ਮਹਾਰਾਜ ਜੀ ਚੁੱਪ, ਕਦੀ ਬੋਲੇ ਨਹੀਂ ਸਨ ਗੁਰੂ ਰਾਮਦਾਸ ਜੀ ਦੇ ਅੱਗੇ। ਇਹ ਗੁਰੂ ਅਰਜਨ ਸਾਹਿਬ ਜੀ ਨੇ ਜਿਹੜਾ ਸੰਗਤ ਜੀ ਆਪਣੇ ਮਾਂ-ਬਾਪ ਦਾ ਸਤਿਕਾਰ ਕਰਨਾ ਸਿਖਾਇਆ ਹੈ ਨਾ, ਬਾਕੀ ਸਾਨੂੰ ਉਹੋ ਜਿਹਾ ਸਤਿਕਾਰ ਕਿਤੇ ਨਹੀਂ ਮਿਲਦਾ ਹੈ। ਜੇ ਆਪਣੇ ਮਾਂ-ਬਾਪ ਦਾ ਸਤਿਕਾਰ ਦੇਖਣਾ ਹੋਵੇ ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਜੀਵਨ ਦੇਖੀਏ। ਆਪਣੇ ਮਾਤਾ ਭਾਨੀ ਜੀ, ਆਪਣੇ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਕਦੀ ਕਹਿੰਦੇ ਅੱਖ ਭਰ ਕੇ ਪਿਤਾ ਜੀ ਵੱਲ ਜਾਂ ਮਾਤਾ ਜੀ ਵੱਲ ਤਾਂ ਦੇਖਿਆ ਹੀ ਨਹੀਂ ਸੀ, ਹਰ ਸਮੇਂ ਕਦਮਾਂ ਦੇ ਵੱਲ ਧੌਣ ਨੀਵੀਂ ਕਰਕੇ ਦੇਖਦੇ ਰਹੇ ਨੇ। ਬਸ ਜਦੋਂ ਜਿਹੜਾ ਬਚਨ ਜ਼ੁਬਾਨ ਚੋਂ ਨਿਕਲ ਜਾਂਦਾ ਸੀ ਮਾਤਾ ਪਿਤਾ ਦੇ, ਉਸੇ ਸਮੇਂ 7 ਬਚਨ, ਕਦੀ ਉਲਟਾ ਬਚਨ ਕਿਹਾ ਹੀ ਨਹੀਂ ਸੀ। ਐਡੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਾਤਾ ਪਿਤਾ ਦਾ ਸਤਿਕਾਰ ਕਰਨਾ ਵੀ ਸਿਖਾਇਆ। ਸਿਆਣੇ ਵਿਦਵਾਨ ਸਤਿਪੁਰਸ਼ ਐਸਾ ਕਹਿੰਦੇ ਐ ਕਿ ਭਾਈ ਜਿਸ ਘਰ ਦੇ ਵਿੱਚ ਮਾਂ-ਬਾਪ ਦਾ ਸਤਿਕਾਰ ਹੈ ਨਾ, ਉਸ ਘਰ ਦੇ ਵਿੱਚੋਂ ਕਦੀ ਬਰਕਤਾਂ ਦੂਰ ਹੋ ਹੀ ਨਹੀਂ ਸਕਦੀਆਂ। ਜਿਹੜਾ ਆਪਣੇ ਮਾਂ-ਬਾਪ ਦੀ ਪੂਜਾ ਕਰਦਾ ਉਹਨੂੰ ਕਿਸੇ ਹੋਰ ਸੰਤ ਮਹਾਤਮਾ ਦੇ ਪੂਜਣ ਦੀ ਲੋੜ ਨਹੀਂ ਹੈ। ਆਪਣੇ ਮਾਂ-ਬਾਪ ਦੀ ਭਾਈ ਪੂਜਾ ਕਰ ਲਓ, ਇਹਦੇ ਵਿੱਚ ਹੀ ਸਾਰੀਆਂ ਪੂਜਾ ਆ ਜਾਂਦੀਆਂ। ਗੁਰੂ ਵੀ ਉਹਦੇ ਤੇ ਖੁਸ਼ ਹੁੰਦਾ ਹੈ ਜਿਹੜਾ ਆਪਣੇ ਮਾਂ-ਬਾਪ ਦੀ ਭਾਈ ਸੇਵਾ ਪੂਜਾ ਕਰਦਾ ਹੈ। ਜੇ ਘਰ ਦੇ ਵਿੱਚ ਮਾਂ-ਬਾਪ ਨੂੰ ਪਾਣੀ ਨਹੀਂ ਪੁੱਛਦਾ ਤੇ ਬਾਹਰ ਛਬੀਲਾਂ ਲਾਈ ਫਿਰਦਾ, ਜਿਵੇਂ ਹੁਣ ਛਬੀਲਾਂ ਲਾਉਣੀਆਂ ਲੋਕਾਂ ਨੇ, ਲਾਉਣੀਆਂ ਹੈ ਨਾ, ਸਾਰੇ ਲਾਉਂਦੇ ਹੈ ਨਾ, ਤੇ ਬੱਚੇ ਭੱਜ-ਭੱਜ ਕੇ ਬਾਹਰ ਸੇਵਾ ਕਰਦੇ ਐ। ਤੇ ਜੇ ਘਰ ਵਿੱਚ ਮਾਂ ਨੂੰ ਪਾਣੀ ਦਾ ਗਲਾਸ ਨਹੀਂ ਪਿਆਇਆ, ਪਿਓ ਵਿਚਾਰਾ ਖੰਘਦਾ ਉੱਥੇ ਦੁਖੀ ਹੋ ਰਿਹਾ, ਇਹ ਨਹੀਂ ਕਿ ਭਰ ਕੇ ਮੈਂ ਗਲਾਸ ਫੜਾ ਦੇਵਾਂ, ਅੱਗੋਂ ਗਾਲਾਂ ਕੱਢਣੀਆਂ ਕਿ ਬੁੱਢਿਆ ਤੂੰ ਕੀ ਖਾਉਂ ਲਾਈ ਐ, ਜਾਂ ਬਾਹਰ ਜਾ ਕੇ ਬਹਿ। ਤਾਂ ਦੱਸੋ ਉਸ ਘਰ ਦੇ ਵਿੱਚ ਕੋਈ ਬਰਕਤਾ ਨਹੀਂ, ਉੱਥੇ ਕਦੀ ਗੁਰੂ ਖੁਸ਼ ਨਹੀਂ ਹੋ ਜਾਏਗਾ। ਤਾਂ ਭਾਨੀ ਜੀ ਨੇ ਸਿੱਖਿਆ ਦਿੱਤੀ, ਗੁਰੂ ਰਾਮਦਾਸ ਜੀ ਨੇ ਬਾਣੀ 'ਚ ਲਿਖ ਦਿੱਤੀ, ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹਹੋ, ਤਿੰਨ ਸੰਗ ਝਗਰਤ ਪਾਪ। ਬੱਚਿਓ, ਆਪਣੇ ਮਾਂ-ਬਾਪ ਦੇ ਜਿਨ੍ਹਾਂ ਦੇ ਤੁਸੀਂ ਜੰਮੇ ਪੈਦਾ ਹੋਏ ਵੱਡੇ ਹੋਏ ਐ, ਉਹਨਾਂ ਨਾਲ ਝਗੜਾ ਨਾ ਕਦੀ ਪਾਇਆ ਕਰੋ। ਮਾਂ-ਬਾਪ ਨਾਲ ਝਗੜਾ ਪਾਉਣਾ ਇੱਕ ਬੜਾ ਵੱਡਾ ਪਾਪ ਹੁੰਦਾ ਹੈ, ਜਿਹੜਾ ਪਾਪ ਰੱਬ ਵੀ ਨਹੀਂ ਬਖਸ਼ਦਾ ਹੈ। ਇਸ ਕਰਕੇ ਭਾਈ ਇਹ ਗੁਰੂ ਬਾਣੀ ਸਾਨੂੰ ਸਿੱਖਿਆ ਦਿੰਦੀ। ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਧ ਸੰਗਤ ਜੀ ਗੁਰੂ ਕੇ ਚਰਨਾਂ ਵੱਲ ਦੇਖ ਰਹੇ, ਤੇ ਮਹਾਰਾਜ ਜੀ ਨੇ ਫਿਰ ਉਸ ਸਮੇਂ ਕਿਹਾ, ਜੀ ਆਪ ਜਾਣਦੇ ਹੀ ਐ, ਮੈਂ ਤਾਂ ਚਿੱਠੀਆਂ 3 ਹੀ ਭੇਜੀਆਂ ਸਨ। ਸਿੱਖ ਵੀ ਕੋਲੇ, ਸਿੱਖਾ ਕਿੱਥੇ ਹੈ? ਦੱਸਿਆ ਕਿ ਮਹਾਰਾਜ ਆਪ ਜੀ ਦੇ ਵੱਡੇ ਸਾਹਿਬਜ਼ਾਦੇ ਨੇ ਲਈਆਂ। ਲੰਮੀ ਚਲੋ ਸਾਖੀ ਸਾਧ ਸੰਗਤ ਜੀ, ਸਮਾਂ ਕਾਫੀ ਹੋ ਚੁੱਕਾ ਹੈ, ਸਾਖੀ ਨੂੰ ਸਮਾਪਤ ਕਰੀਏ। ਉਹ ਸਮੇਂ ਫਿਰ ਗੁਰੂ ਰਾਮਦਾਸ ਜੀ ਨੇ ਚਲੋ ਚਿੱਠੀਆਂ ਪ੍ਰਿਥੀ ਚੰਦ ਦੇ ਘਰੋਂ ਮੰਗਾਈਆਂ, ਕਿਉਂਕਿ ਸਾਹਮਣੇ ਮੁੱਕਰ ਗਿਆ ਸੀ। ਤੇ ਉਸ ਸਮੇਂ ਫਿਰ ਗੁਰੂ ਰਾਮਦਾਸ ਚਿੱਠੀਆਂ ਪੜ੍ਹੀਆਂ ਤੇ ਸੁਣ ਕੇ ਨਿਹਾਲ ਹੋਏ। ਤੇ ਮਹਾਰਾਜ ਨੇ ਉਸ ਸਮੇਂ ਬਚਨ ਕੀਤਾ, ਭਾਈ ਕਿਸੇ ਦੇ ਮਨ ਦੇ ਵਿੱਚ ਕੋਈ ਰਹਿ ਨਾ ਜਾਵੇ ਖਿਆਲ, ਪਹਿਲਾਂ ਹੀ ਕਹਿ ਗਏ ਸੀ ਵੀ ਅਸੀਂ ਇੰਨਾ ਕੁ ਚਿਰ ਹੀ ਰਹਿਣਾ ਹੈ। ਇਸ ਕਰਕੇ ਹੁਣ ਸਾਡਾ ਜੋਤੀ ਜੋ ਸਮਾਉਣ ਦਾ ਸਮਾਂ ਹੈ ਨੇੜੇ, ਤੇ ਅਸੀਂ ਹੁਣ ਗੁਰਤਾ ਗੱਦੀ ਦੇਣ ਲੱਗੇ ਆ। ਕਿਸੇ ਦੇ ਮਨ 'ਚ ਕੋਈ ਭੁਲੇਖਾ ਨਾ ਰਹਿ ਜਾਵੇ। ਆਹ ਦੇਖੋ ਜੀ, ਜਿੰਨੇ ਵੀ ਸਾਡੇ ਗੁਰਬਾਣੀ 'ਚ ਸ਼ਬਦ ਹੈ, ਉਹਨਾਂ ਦੀਆਂ 4 ਪੌੜੀਆਂ ਹੁੰਦੀਆਂ ਨੇ। 3 ਇਹਨਾਂ ਨੇ, ਚੌਥੀ ਪੌੜੀ ਤੂੰ ਉਚਾਰਨ ਕਰ ਦੇ, ਜਿਹੜਾ ਉਚਾਰਨ ਕਰੇ ਉਹਨੂੰ ਗੁਰਤਾ ਗੱਦੀ ਦੇ ਦਈਏ। ਤੋ ਕਹਿੰਦੇ ਉਸ ਸਮੇਂ ਪ੍ਰਿਥੀ ਚੰਦ ਵੀ ਸ਼ਰਮਿੰਦਾ ਹੋ ਕੇ ਥੱਲੇ ਵੇਖਦਾ ਰਿਹਾ, ਕੋਈ ਨਾ ਆਇਆ। ਇਹ ਤਾਂ ਰੱਬੀ ਬਾਣੀ ਹੈ ਸੰਗਤ ਜੀ, ਕੋਈ ਆਮ ਕਿੱਥੋਂ ਉਚਾਰਨ ਕਰ ਦਵੇਗਾ। ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਆਪ ਹੁਣੇ ਚੌਥੀ ਪੌੜੀ ਉਚਾਰਨ ਕਰਕੇ ਸ਼ਬਦ ਦੀ ਸਮਾਪਤੀ ਕਰੋ। ਫਿਰ ਚੌਥੀ ਪੌੜੀ ਉਚਾਰਨ ਕੀਤੀ, ਭਾਗ ਹੁਆ ਗੁਰ ਸੰਤ ਮਿਲਾਇਆ, ਪ੍ਰਭ ਅਬਿਨਾਸੀ। ਵਿੱਚ ਆ ਕਰਕੇ ਉਸ ਸਮੇਂ ਗੁਰੂ ਰਾਮਦਾਸ ਮਹਾਰਾਜ ਨੇ ਗੱਲ ਨਾ ਲਾ ਕੇ ਕਿਹਾ, ਬਾਬਾ ਜੀ ਲਿਆਓ ਫਿਰ ਗੁਰਤਾ ਗੱਦੀ ਦਾ ਜੋ ਵੀ ਆਪਾਂ ਭੇਟਾ ਕਰਦੇ ਆਂ। ਉਸ ਸਮੇਂ ਤਖਤ ਤੇ ਟਿੱਕਾ ਲਾ ਦਿੱਤਾ। ਫਿਰ ਆਈ ਘਰ ਅਰਜਨੈ ਪੁੱਤ ਸੰਸਾਰੀ, ਗੁਰੂ ਕਹਾਵੈ। ਸੰਸਾਰੀ ਤੌਰ ਤੇ ਜਿਹੜਾ ਪੁੱਤਰ ਸੀ ਉਹ ਫਿਰ ਗੁਰੂ ਸੰਗਤ ਜੀ ਬਣ ਗਏ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰਤਾ ਗੱਦੀ ਦੇ ਮਾਲਕ ਬਣ ਗਏ। ਤੇ ਸੋਢੀ ਸੁਲਤਾਨ ਆਪ ਫਿਰ ਗੋਇੰਦਵਾਲ ਸਾਹਿਬ ਜਾ ਕੇ ਅਗਲੇ ਦਿਨ ਫਿਰ ਜੋਤੀ ਜੋਤ ਸਮਾ ਗਏ ਸਨ। ਹੁਣ ਇਹਦੋਂ ਅੱਗਾ ਜਿਹੜਾ ਸੰਗਤ ਜੀ ਪ੍ਰਸੰਗ ਹੈ ਕਿ ਕਿਵੇਂ ਫਿਰ ਸਾਡੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵੱਡੀਆਂ ਸੇਵਾਵਾਂ ਕੀਤੀਆਂ, ਕਿਵੇਂ ਗੁਰੂ ਘਰ ਬਣਾਏ ਹੈ, ਕੀ ਕੀ ਸਾਨੂੰ ਸਿੱਖਿਆਵਾਂ ਦਿੱਤੀਆਂ ਹੁੰਦਾ ਹੈ। ਇਹ ਕੁਝ ਪ੍ਰਸ਼ਨ ਸਵਾਲ ਹੈ।
ਕੱਲ ਦਾ ਵੀ ਸਮਾਂ ਹੈ। ਇਸੇ ਤਰ੍ਹਾਂ ਆਪ ਮਾਈ ਭਾਈ ਨੇ ਹਾਜ਼ਰੀਆਂ ਭਰਨੀਆਂ। ਇਸੇ ਤਰ੍ਹਾਂ ਆਪਾਂ ਸੰਗਤ ਦੇ ਵਿੱਚ ਜੁੜ ਕੇ ਇਦੋਂ ਅੱਗੇ ਜਿਹੜੀ ਗੁਰੂ ਸਾਹਿਬ ਜੀ ਦੀ ਪਵਿੱਤਰ ਸਾਖੀ ਮਹਾਰਾਜ ਦੇ ਚਰਨਾਂ ਦੇ ਨਾਲ ਜੁੜਨ ਦਾ ਯਤਨ ਕਰਾਂਗੇ। ਅੱਜ ਦੀ ਹੁਣ ਆਪਾਂ ਇੱਥੇ ਸਮਾਪਤੀ ਕਰ ਲਈਏ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਆਪ ਸਭ ਸੰਗਤ ਦਾ ਧੰਨਵਾਦ, ਪ੍ਰਬੰਧਕ ਜਨਾਂ ਦਾ ਧੰਨਵਾਦ, ਭਾਈ ਜਗਦੇਵ ਸਿੰਘ ਜੀ ਜੱਜ ਇਹਨਾਂ ਦਾ ਵੀ ਵਿਸ਼ੇਸ਼ ਕਰਕੇ ਧੰਨਵਾਦ ਜਿਨ੍ਹਾਂ ਨੇ ਆਪ ਸੰਗਤ ਦੇ ਦਰਸ਼ਨ ਦਿਦਾਰੇ ਕਰਾਏ ਨੇ। ਸਭ ਤੋਂ ਵੱਧ ਸਾਧ ਸੰਗਤ ਦੀ ਧੰਨਵਾਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਹੈ। ਆਓ ਗੁਰੂ ਚਰਨਾਂ ਵਿੱਚ ਸੀਸ ਨਿਵਾਈਏ, ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਹਰਿ ਜਸ ਗਾਇਓ ਸੰਤ ਜਨਾ ਮਿਲ। 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 ਹਰਿ ਜਸ ਕੋਟ ਜਨਮ ਕੇ ਦੁਖ ਗਵਾਇਓ। ਕੋਟ ਜਨਮ ਕੇ ਜੋ ਚਾਹਤ ਸੋਈ ਮਨ ਪਾਇਓ। ਜੋ ਚਾਹਤ ਕਰ ਕਿਰਪਾ ਹਰਿ ਨਾਮ ਦਵਾਇਓ। ਕਰ ਕਿਰਪਾ ਹਰਿ ਸਰਬ ਸੁਖ ਹਰਿ ਨਾਮ ਬੜਾਈ। ਸਰਬ ਸੁਖ ਹਰਿ ਨਾਮ ਗੁਰ ਪ੍ਰਸਾਦ ਨਾਨਕ ਮਤ ਪਾਈ। ਗੁਰ ਪ੍ਰਸਾਦ ਨਾਨਕ ਹਰਿ ਜਸ ਗਾਇਓ ਸੰਤ ਜਨਾ ਮਿਲ। ਹਰਿ ਜਸ ਗਾਇਓ ਸੰਤ ਜਨਾ ਮਿਲ। ਹਰਿ ਜਸ ਗਾਇਓ ਹਰਿ ਜਸ ਗਾਇਓ ਸੰਤ। ਸੋਲੂਕ ਪਵਨ ਗੁਰੂਆਂ ਬਰਿਆਈਆਂ ਬਚੈ ਧਰਮ ਹਦੂਰਾ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਤੂੰ ਠਾਕਰ ਤਮ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ। ਸੰਵਾਦ ਵਿਧਾਨ ਸਾਰਕ ਤੇਰੇ ਸਮਰੇ ਕਿਰਪਾ ਮੈਂ ਸੁਖ ਕਨੇਰੇ। ਕੋਈ ਨ ਜਾਣੈ ਸੁਰਾੰਤ ਉਚੇ ਦੇਉ ਦਾਸ। ਸਗਲ ਸਮਗਰੀ ਤੁਮਰੈ ਸੁਤਰਕਾਰੀ। ਤੁਮ ਤੇ ਹੋਏ ਸੁਭਾਗਿਆ ਸਮਰੇ ਰਤ ਮਿਤ ਤੁਮਹੀ ਨਾਨਕ ਦਾਸ ਸਦਾ ਕਰਮਾਨ। ਤੁਧ ਆਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਵਾਹਿਗੁਰੂ। ਰਹਿਣਾ ਨਿਤ ਸਭ ਤੇਰੀ ਵਡਿਆਈ। ਕੋਈ ਨਾਮ ਨ ਜਾਣੈ ਮੇਰਾ ਵਾਹਿਗੁਰੂ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਤੀ ਜੀ ਸਹਾਇ ਵਾਰ ਸ੍ਰੀ ਭਗਤੀ ਜੀ ਕੀ ਪਾਤਸ਼ਾਹੀ ਦਸਵੀਂ ਗੁਰਮੁਖ ਭਗਤੀ ਸਰਕਾਰ ਗੁਰੂ ਨਾਨਕ ਲਈ ਧਿਆਏ। ਸਤਿਗੁਰੂ ਦੇ ਅਵਤਾਰ ਰਾਮਦਾਸ ਵੀ ਸਹਾਇ। ਅਰਜਨ ਹਰਿ ਗੋਬਿੰਦ ਨੂੰ ਸਿਮਰੋ। ਸ੍ਰੀ ਹਰਿ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ। ਜਿਸ ਡਿਠੇ ਸ਼ਬਦ ਬਜਾਏ ਤੇਗ ਬਹਾਦਰ ਸੋਰੇ ਆਏ। ਘਰ ਨਾਮ ਦੇ ਆਵੇ ਧਾਈ ਸਰਸਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਈਂ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਿਦਾਰ ਦਾ ਧਿਆਨ ਕਰਕੇ
ਸ੍ਰੀ ਭਗਵਾਨ